ਵਾਹਿਗੁਰੂ ਸਾਹਿਬ ਜੀਓ। ਬੇਸ਼ੁਮਾਰ ਅਥਾਹ ਅਗਣਤ ਅਤੁਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਨਮਸਤੰ ਨਿਰਸਾਕੇ, ਨਮਸਤੰ ਨਿਰਬਾਕੇ, ਨਮਸਤੰ ਰਹੀਮੇ, ਨਮਸਤੰ ਕਰੀਮੇ, ਨਮਸਤੰ ਨਿਰਸਾਕੇ। ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ, ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚਵਰ ਛਤਰ ਦੇ ਮਾਲਕ ਗੁਰਤਾ ਗੱਦੀ ਤੇ ਬਿਰਾਜਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ। ਰਸਨਾ ਕਰੋ ਪਵਿੱਤਰ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤ ਬੜੇ ਪ੍ਰੇਮ ਦੇ ਨਾਲ ਮਹਾਂਪੁਰਸ਼ ਨਾਮ ਰਸੀਏ ਸੇਵਾ ਸਿਮਰਨ ਦੇ ਪੁੰਜ ਧੰਨ ਬਾਬਾ ਜਵਾਹਰ ਦਾਸ ਜੀ ਦੇ ਪਵਿੱਤਰ ਸਥਾਨ ਉੱਪਰ ਹਰ ਸ਼ਨੀਵਾਰ ਸ਼ਾਮ ਨੂੰ ਲੜੀਵਾਰ ਸ੍ਰੀ ਜਾਪ ਸਾਹਿਬ ਜੀ ਦੀ ਕਥਾ ਸ਼ਰਵਣ ਕਰਦੇ ਆ ਰਹੇ ਹੋ। ਸਤਿਗੁਰੂ ਜੀ ਦੀ ਕਿਰਪਾ ਸਦਕਾ 24 ਪੌੜੀਆਂ ਤੱਕ ਕਥਾ ਹੋ ਚੁੱਕੀ ਹੈ। ਇਸ ਭੁਜੰਗ ਪ੍ਰਿਆਤ ਛੰਦ ਦੀਆਂ 28 ਪੌੜੀਆਂ ਨੇ। 25ਵੀਂ ਪੌੜੀ ਤੋਂ ਕਥਾ ਆਰੰਭ ਹੋਣ ਜਾ ਰਹੀ ਹੈ। ਆਪ ਸੰਗਤ ਬੜੇ ਪ੍ਰੇਮ ਦੇ ਨਾਲ ਇਕਾਗਰਤਾ ਦੇ ਨਾਲ ਸੁਣਨ ਦਾ ਯਤਨ ਕਰੋ। ਸਾਹਿਬੇ ਕਮਾਲ ਪੰਥ ਦੇ ਵਾਲੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਰਪਾ ਕਰਦੇ ਹੋਏ ਫਰਮਾਉਂਦੇ ਹਨ, ਨਮਸਤੰ ਨਿਰਸਾਕੇ, ਨਮਸਤੰ ਨਿਰਬਾਕੇ। ਨਮਸਕਾਰ ਹੈ ਉਸ ਵਾਹਿਗੁਰੂ ਨੂੰ, ਪਰਮੇਸ਼ਰ ਨੂੰ, ਜਿਹੜਾ ਨਿਰ ਰਹਿਤ ਹੈ ਸਾਕ ਸਕੇ ਸੰਬੰਧੀਆਂ ਤੋਂ। ਕਿਉਂਕਿ ਜਾਪ ਸਾਹਿਬ ਦੇ ਵਿੱਚ ਜਿਸ ਵਾਹਿਗੁਰੂ ਜੀ ਦਾ ਨਿਰੂਪਣ ਕੀਤਾ ਗਿਆ ਹੈ, ਜਿਸ ਪਰਮਾਤਮਾ ਦੀ ਉਸਤਤ ਕੀਤੀ ਗਈ ਹੈ, ਉਹ ਪਰਮਾਤਮਾ ਸਰੀਰ ਧਾਰੀ ਨਹੀਂ ਹੈ। ਉਹ ਇੱਕ ਜੋਤ ਹੈ, ਪ੍ਰਕਾਸ਼ ਹੈ, ਜਿਸ ਨੂੰ ਆਪਾਂ ਸ਼ਬਦ ਵੀ ਕਹਿੰਦੇ ਹਾਂ। ਤਾਂ ਜਿਸ ਤਰ੍ਹਾਂ ਦੁਨਿਆਵੀ ਤੌਰ 'ਤੇ ਦੇਖਦੇ ਹਾਂ ਕਿ ਸਕੇ ਸੰਬੰਧੀ ਹੁੰਦੇ ਨੇ, ਇਸ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਜੀ ਨੂੰ ਸਕੇ ਸੰਬੰਧੀ ਪਰਿਵਾਰਵਾਦ ਆਦਿਕ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਨਹੀਂ ਆਉਂਦਾ।
ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਨਮਸਕਾਰ ਹੈ ਉਸ ਪਰਮਾਤਮਾ ਨੂੰ ਜਿਹੜਾ ਨਿਰਸਾਕੇ ਨਿਰਰਹਿਤ ਹੈ ਸਾਕ ਸਕੇ ਸੰਬੰਧੀਆਂ ਤੋਂ। ਆਪ ਆਪਣੀ ਬਾਣੀ ਵਿੱਚ ਵੀ ਫਰਮਾਉਂਦੇ ਨੇ, ਨਾ ਧਰਮੰ ਨਾ ਭਰਮੰ ਨਾ ਸਰਮੰ ਨਾ ਸਾਕੇ, ਨਾ ਵਰਮੰ ਨਾ ਚਰਮੰ ਨਾ ਕਰਮੰ ਨਾ ਬਾਕੇ। ਜਾਂ ਸਾਕ ਦਾ ਜੇ ਅਰਥ ਕਰੀਏ ਮੋਹ, ਵਾਹਿਗੁਰੂ ਪਰਮੇਸ਼ਰ ਜੀ ਮੋਹ ਆਦਿਕ ਤੋਂ ਰਹਿਤ ਹਨ। ਪਰਮਾਤਮਾ ਜਿਹਨੂੰ ਵੀ ਮਿਲਦਾ ਹੈ ਪ੍ਰੇਮ ਕਰਕੇ ਮਿਲਦਾ ਹੈ, ਭਾਵਨਾ ਕਰਕੇ ਮਿਲਦਾ ਹੈ। ਗੁਰਬਾਣੀ ਨੇ ਇਸ ਗੱਲ ਉੱਤੇ ਬੜਾ ਜ਼ੋਰ ਦਿੱਤਾ ਹੈ ਕਿ ਰੱਬ ਕਿਸੇ ਦਾ ਖਰੀਦਿਆ ਹੋਇਆ ਨਹੀਂ। ਰੱਬ ਕਿਸੇ ਨੇ ਆਪਣੇ ਨਾਂ ਨਹੀਂ ਲਵਾ ਲਿਆ। ਕੋਈ ਵੀ ਪ੍ਰੇਮ ਦੇ ਨਾਲ ਉਹਦਾ ਨਾਮ ਜਪੇ, ਭਾਵਨਾ ਨਾਲ ਨਾਮ ਜਪੇ ਤੇ ਉਹਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਜੀ ਗੁਰਬਾਣੀ ਦੇ ਵਿੱਚ ਵੀ ਅੰਕਿਤ ਕਰਦੇ ਨੇ, ਆਪਨ ਬਾਪ ਨਾਹੀ ਕਿਸੀ ਕੋ ਭਾਵਨ ਕੋ ਹਰ ਰਾਜਾ। ਵਾਹਿਗੁਰੂ ਪਰਮੇਸ਼ਰ ਜੀ ਤੇ ਭਾਵਨਾ ਕਰਕੇ ਵਸ ਦੇ ਵਿੱਚ ਆਉਂਦੇ ਨੇ, ਕੋਈ ਕਰ ਲਵੇ ਭਾਵੇਂ। ਇਸ ਗੱਲ ਦੀ ਪ੍ਰਤੱਖ ਉਦਾਹਰਣ ਕੀ ਹੈ? ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮਰਟੀਐ। ਇਸ ਗੱਲ ਦੀ ਪ੍ਰਤੱਖ ਉਦਾਹਰਣ ਗੁਰੂ ਘਰ ਦੇ ਸਾਹਿਬਜ਼ਾਦੇ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਹੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਨੂੰ ਨਮਸਤੰ ਨਮਸਕਾਰ ਹੈ। ਆਪ ਤਾਂ ਭਾਵਨਾ ਦੇ ਵਸ ਹੋ, ਪ੍ਰੇਮ ਦੇ ਵਸ ਹੋ, ਕਿਸੇ ਦੇ ਸਾਕ ਸੰਬੰਧੀ ਨਹੀਂ ਹੋ। ਕੋਈ ਲਹੂ ਦਾ ਰਿਸ਼ਤਾ ਨਹੀਂ ਰੱਬ ਦੇ ਨਾਲ ਹੁੰਦਾ। ਰੱਬ ਦੇ ਨਾਲ ਤੇ ਪ੍ਰੇਮ ਦਾ ਰਿਸ਼ਤਾ ਹੈ। ਉਹ ਭਾਵੇਂ ਕੋਈ ਕਰ ਲੇ, ਕਿਸੇ ਜਾਤ ਦਾ ਹੋਵੇ, ਕਿਸੇ ਪਾਤ ਦਾ ਹੋਵੇ, ਕਿਸੇ ਧਰਮ ਦਾ ਹੋਵੇ। ਗੁਰੂ ਘਰ ਦੇ ਨਾਲ ਨਾਤਾ ਕਾਹਦਾ ਹੁੰਦਾ ਹੈ? ਸਾਧ ਸੰਗਤ ਦਾ, ਨਿਤਨੇਮ ਦਾ ਜਾਂ ਅੰਮ੍ਰਿਤ ਛਕਣ ਦਾ। ਕਬੀਰ ਸਾਹਿਬ ਨੇ ਵੀ ਇਸ ਗੱਲ ਉੱਤੇ ਜ਼ੋਰ ਦਿੱਤਾ ਹੈ ਕਿ ਰੱਬ ਪੈਸੇ ਨਾਲ ਨਹੀਂ ਖਰੀਦਿਆ ਜਾ ਸਕਦਾ। ਰੱਬ ਪਦਵੀ ਦੇ ਨਾਲ ਵਸ ਦੇ ਵਿੱਚ ਨਹੀਂ ਆਉਂਦਾ। ਕੰਚਨ ਸਿਉ ਨਹੀਂ ਪਾਈਐ ਤੋਲ, ਮਨ ਦੇ ਰਾਮ ਲਿਆ ਹੈ ਬੋਲ। ਅਸੀਂ ਕਈ ਵਾਰੀ ਵਾਹਿਗੁਰੂ ਜੀ ਅੱਗੇ ਜਾਂ ਸਤਿਗੁਰੂ ਜੀ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰੋ, ਸਾਡੇ ਤੇ ਮਿਹਰ ਕਰੋ। ਪਰ ਵਾਹਿਗੁਰੂ ਪਰਮੇਸ਼ਰ ਕਿਹਦੇ ਉੱਤੇ ਕਿਰਪਾ ਕਰਦਾ ਹੈ, ਮਿਹਰ ਕਰਦਾ ਹੈ? ਪਰਮਾਤਮਾ ਕਿਹਨੂੰ ਆਪਣਾ ਨਾਤਾ ਸਮਝਦਾ ਹੈ? ਤਿੰਨ ਚੀਜ਼ਾਂ ਰੱਬ ਦੇ ਨਾਤੇ ਵਿੱਚ ਆਉਂਦੀਆਂ ਨੇ। ਇੱਕ ਗੁਰੂ ਧਾਰਨ ਕਰਨਾ, ਇੱਕ ਕਮਾਈ ਕਰਨੀ ਤੇ ਤੀਸਰਾ ਸਤ ਸੰਗਤ ਕਰਨੀ। ਜਿਹਦੇ ਕੋਲੇ ਤਿੰਨ ਚੀਜ਼ਾਂ ਨੇ ਉਹ ਰੱਬ ਦਾ ਰਿਸ਼ਤੇਦਾਰ ਹੈ, ਸੰਬੰਧੀ ਹੈ। ਜਿਹਦੇ ਕੋਲ ਇਹਨਾਂ ਚੀਜ਼ਾਂ ਵਿੱਚ ਘਾਟ ਹੈ ਉਹਦਾ ਪਰਮਾਤਮਾ ਦੇ ਨਾਲ ਕੋਈ ਨਾਤਾ ਨਹੀਂ। ਸੰਤਾਂ ਮਹਾਂਪੁਰਖਾਂ ਦੀਆਂ ਸਾਖੀਆਂ, ਉਦਾਹਰਨਾਂ ਇਹਨਾਂ ਗੱਲਾਂ ਨੂੰ ਸਮਝਣ ਦੇ ਵਿੱਚ ਸੌਖ ਕਰਦੀਆਂ ਨੇ, ਸਹਾਇਤਾ ਕਰਦੀਆਂ ਨੇ। ਸਤਿਕਾਰਯੋਗ ਮਹਾਂਪੁਰਸ਼ ਬਾਬਾ ਆਨੰਦ ਸਿੰਘ ਜੀ ਨਾਨਕਸਰ ਵਾਲਿਆਂ ਦੇ ਜੀਵਨ ਦੇ ਵਿੱਚ ਬਚਨ ਆਉਂਦਾ ਹੈ ਕਿ ਇੱਕ ਗੁਰਸਿੱਖ ਜਿਹੜੇ ਬਾਅਦ ਦੇ ਵਿੱਚ ਅੰਮ੍ਰਿਤਧਾਰੀ ਹੋਏ, ਭਾਈ ਗੁਰਦਿੱਤ ਸਿੰਘ, ਕੋਟ ਲੱਖਾ ਸਿੰਘ ਦਾ ਰਹਿਣ ਵਾਲਾ, ਆਣ ਕੇ ਬਾਬਾ ਜੀ ਨੂੰ ਬੇਨਤੀ ਕਰਦਾ ਹੈ ਕਿ ਬਾਬਾ ਜੀ ਮੇਰੇ ਤੇ ਕਿਰਪਾ ਕਰੋ, ਤਰਸ ਕਰੋ, ਮਿਹਰ ਕਰੋ। ਬਾਬਾ ਜੀ ਕਹਿੰਦੇ, ਕੌਣ ਹੈ, ਕਿੱਥੋਂ ਦਾ ਰਹਿਣ ਵਾਲਾ ਹੈ? ਕਹਿੰਦਾ ਜੀ ਗੁਰਦਿੱਤ ਸਿੰਘ ਨਾਮ ਹੈ, ਕੋਟ ਲੱਖਾ ਸਿੰਘ ਦਾ ਰਹਿਣ ਵਾਲਾ ਹਾਂ। ਤਾਂ ਬਾਬਾ ਜੀ ਕਹਿਣ ਲੱਗੇ, ਭਾਈ ਸਿੱਖਾ ਸੰਗਤ ਕਰਦਾ ਹੁੰਦਾ ਹੈ? ਕਹਿੰਦਾ ਜੀ ਨਹੀਂ। ਦੂਸਰਾ ਬਚਨ ਕੀਤਾ, ਨਿਤਨੇਮ ਕਰਦਾ ਹੁੰਦਾ ਹੈ? ਕਹਿੰਦਾ ਜੀ ਨਹੀਂ, ਕਿਤੇ ਦੋਈ ਹਫ਼ਤੀ, ਤਿੰਨੀ ਹਫ਼ਤੀ, ਭੁੱਲ ਭੁਲੇਖੇ ਕਿਤੇ ਕਿਤੇ ਜਪਜੀ ਸਾਹਿਬ ਪੜ੍ਹ ਲਈਦਾ ਹੈ, ਪਰ ਕੋਈ ਮਰਿਆਦਾ ਪੱਕੀ ਨਹੀਂ। ਬਾਬਾ ਜੀ ਕਹਿੰਦੇ, ਭਾਈ ਅੰਮ੍ਰਿਤ ਛਕਿਆ ਹੈ? ਕਹਿੰਦਾ ਜੀ ਨਹੀਂ। ਤਾਂ ਸੰਤ ਕਹਿਣ ਲੱਗੇ, ਫਿਰ ਤੇਰਾ ਸਾਡੇ ਨਾਲ ਨਾਤਾ ਕੀ ਆ?
ਸੰਗਤ ਤੁਸੀਂ ਨਹੀਂ ਕਰਨੀ, ਨਿਤਨੇਮ ਤੁਸੀਂ ਨਹੀਂ ਕਰਨਾ, ਅੰਮ੍ਰਿਤ ਤੁਸੀਂ ਨਹੀਂ ਛਕਣਾ, ਤੇ ਕਿਰਪਾ ਗੁਰੂ ਕਿੱਦਾਂ ਕਰੇ? ਮਿਹਰ ਕਿੱਦਾਂ ਗੁਰੂ ਕਰੇ? ਤਰਸ ਕਿੱਦਾਂ ਕਰੇ? ਇੱਥੇ ਤੇ ਭਾਈ ਗੁਰਦਿੱਤ ਸਿਆਂ ਜਿਹੜੇ ਨਿਤਨੇਮ ਕਰਦੇ ਨੇ, ਸੇਵਾ ਸੰਗਤ ਕਰਦੇ ਨੇ ਜਾਂ ਗੁਰੂ ਵਾਲੇ ਨੇ, ਉਹਨਾਂ ਦਾ ਨਾਤਾ ਹੁੰਦਾ ਹੈ ਪਰਮਾਤਮਾ ਨਾਲ, ਵਾਹਿਗੁਰੂ ਨਾਲ। ਤਾਂ ਉਹਨਾਂ ਨੇ ਭੁੱਲ ਬਖਸ਼ਾਈ ਤੇ ਬੇਨਤੀ ਕੀਤੀ, ਜੀ ਮੇਰੇ ਤੇ ਕਿਰਪਾ ਕਰੋ। ਤਾਂ ਬਾਬਾ ਜੀ ਕਹਿਣ ਲੱਗੇ ਵੀ 2.5 ਘੰਟੇ ਮੂਲ ਮੰਤਰ ਦਾ ਜਾਪ ਕਰਿਆ ਕਰ। ਕਹਿੰਦਾ ਜੀ 7 ਵਜੇ ਘਰੇ ਚਲੇ ਗਏ। ਅੰਮ੍ਰਿਤ ਵੇਲੇ ਉੱਠ ਕੇ 2.5 ਘੰਟੇ ਮੂਲ ਮੰਤਰ ਦਾ ਜਾਪ ਸ਼ੁਰੂ ਕਰ ਦਿੱਤਾ। ਤਾਂ ਜਾਪ ਕਰਦਿਆਂ ਕਰਦਿਆਂ ਮਨ ਦੇ ਵਿੱਚ ਖਿਆਲ ਆਇਆ, ਮਨਾ ਜਿਹੜੀ ਇੰਨੀ ਉਮਰ ਬਿਨਾਂ ਸਿਮਰਨ ਤੋਂ ਲੰਘ ਗਈ ਹੈ, ਉਹ ਤਾਂ ਹੁਣ ਹੱਥ ਦੇ ਵਿੱਚ ਆਉਣੀ ਨਹੀਂ। ਜਿਹੜਾ ਸਮਾਂ ਅਜਾਈਂ ਗਵਾ ਬੈਠੇ ਆ, ਤਾਂ ਚੰਗੇ ਕਰਮਾਂ ਕਰਕੇ, ਚੰਗੇ ਭਾਗਾਂ ਕਰਕੇ ਫੁਰਨਾ ਪੈਦਾ ਹੋਇਆ ਵੀ ਜਿਹੜੀ ਉਮਰ ਇੰਨੀ ਵਿਅਰਥ ਹੀ ਗਵਾ ਦਿੱਤੀ, ਉਹਦਾ ਕੀ ਕਰੀਏ? ਉਹ ਤਾਂ ਹੁਣ ਮੁੜ ਕੇ ਆਉਣੀ ਨਹੀਂ। ਤਾਂ ਮਨ ਦੇ ਵਿੱਚ ਸਤਿਗੁਰੂ ਜੀ ਨੇ ਬਲ ਬਖਸ਼ਿਸ਼ ਕੀਤਾ, ਸਰੀਰ 'ਚ ਬਲ ਬਖਸ਼ਿਸ਼ ਕੀਤਾ ਤੇ ਅਰਦਾਸ ਕਰ ਦਿੱਤੀ ਵੀ 40 ਦਿਨਾਂ ਦੇ ਵਿੱਚ 1.25 ਲੱਖ ਪਾਠ ਮੂਲ ਮੰਤਰ ਦਾ ਕਰੂੰਗਾ। 32 ਮਾਲਾਂ ਉਹਨਾਂ ਨੇ ਰੋਜ਼ ਫੇਰਨੀਆਂ। ਤਾਂ ਇੱਕ ਦਿਨ ਫੇਰ ਬਾਬਾ ਜੀ ਨੂੰ ਮਿਲਣ ਆਏ ਤਾਂ ਮਹਾਂਪੁਰਖ ਕਹਿੰਦੇ ਕੀ ਕਰਦੇ ਹੁੰਦੇ ਆ? ਤਾਂ ਕਹਿੰਦੇ ਜੀ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਆ, 1.25 ਲੱਖ ਮੂਲ ਮੰਤਰ ਦੇ ਜਾਪ ਦੀ ਸੇਵਾ ਲਈ ਆ ਦਾਸ ਤੋਂ। ਤਾਂ ਬਾਬਾ ਜੀ ਕਹਿਣ ਲੱਗੇ ਫਿਰ ਮੂਲ ਮੰਤਰ ਕਰਦਾ ਕਿੰਨਾ ਹੁੰਦਾ ਹੈ? ਕਹਿੰਦਾ ਜੀ 1 ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ। ਤਾਂ ਮਹਾਂਪੁਰਖ ਕਹਿਣ ਲੱਗੇ ਭਾਈ ਗੁਰਦਿੱਤ ਸਿਆਂ 1 ਓਂਕਾਰ ਤੋਂ ਗੁਰਪ੍ਰਸਾਦ ਤੱਕ ਜਿਹੜਾ ਮੰਤਰ ਹੈ, ਇਹ ਨੰਗੀ ਤਲਵਾਰ ਹੈ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਇਹਦਾ ਬਿਆਨ ਹੈ। ਤੇ ਮੈਨੂੰ ਇੱਕ ਗੱਲ ਦੱਸ ਵੀ 1 ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਜਾਪ ਕਰਦਿਆਂ ਤੇਰਾ ਮਨ ਨਹੀਂ ਦੁਖਿਆ ਵੀ ਤੂੰ ਗੁਰੂ ਨਾਨਕ ਦੇਵ ਸਾਹਿਬ ਨੂੰ ਤੇ ਵਿੱਚੋਂ ਹੀ ਕੱਢ ਦਿੱਤਾ ਬਾਹਰ? ਕਹਿੰਦਾ ਜੀ ਉਹ ਕਿਵੇਂ? ਕਹਿੰਦੇ ਗੁਰੂ ਨਾਨਕ ਦੇਵ ਸਾਹਿਬ ਦਾ ਨਾਂ ਤੇ ਵਿੱਚ ਆਇਆ ਨਹੀਂ ਆ, ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਤੇ ਗੁਰੂ ਨਾਨਕ ਦੇਵ ਸਾਹਿਬ ਨੂੰ ਲਾਂਭੇ ਕਰਕੇ, ਬਾਈਪਾਸ ਕਰਕੇ ਸਿੱਧਾ ਹੀ ਨਿਰੰਕਾਰ ਨਾ ਮਿਲਣਾ ਹੈ ਤੂੰ। ਗੁਰਪ੍ਰਸਾਦ ਤੱਕ ਤੇ ਗੁਰੂ ਨਾਨਕ ਦੇਵ ਸਾਹਿਬ ਨੂੰ ਮੰਤਰ ਦਿੱਤਾ ਨਿਰੰਕਾਰ ਨੇ। ਅੱਗੇ ਸਤਿਗੁਰੂ ਜੀ ਨੇ ਨਿਰੰਕਾਰ ਦੀ ਉਸਤਤ ਦਿੱਤੀ ਕੀਤੀ, ਉਹ ਮੰਤਰ ਸਿੱਖਾਂ ਨੂੰ ਦਿੱਤਾ ਜਿਹੜਾ ਨਾਨਕ ਹੋਸੀ ਭੀ ਸੱਚ ਤੱਕ। ਤੇ ਗੁਰਬਾਣੀ ਤੇ ਕਹਿੰਦੀ ਹੈ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ। ਗੁਰੂ ਤੋਂ ਬਿਨਾਂ ਵਾਹਿਗੁਰੂ ਦੀ ਪਛਾਣ ਨਹੀਂ ਹੁੰਦੀ ਤੇ ਤੂੰ ਗੁਰੂ ਨਾਨਕ ਦੇਵ ਸਾਹਿਬ ਨੂੰ ਲਾਂਭੇ ਕਰਕੇ ਸਿੱਧਾ ਹੀ ਨਿਰੰਕਾਰ ਨੂੰ ਮਿਲਣਾ ਚਾਹੁੰਦਾ ਹੈ। ਇਹ ਤਾਂ ਹੋ ਨਹੀਂ ਪਾਉਣਾ ਕਦੀ ਵੀ, ਭਾਵੇਂ ਜਿੰਨਾ ਮਰਜ਼ੀ ਜਾਪ ਕਰੀ ਜਾ। ਤਾਂ ਭਾਈ ਗੁਰਦਿੱਤ ਸਿੰਘ ਜੀ ਨੇ ਭੁੱਲ ਬਖਸ਼ਾਈ। ਤਾਂ ਸੰਤ ਕਹਿੰਦੇ ਜਾਪ ਕਿੱਦਾਂ ਕਰਦਾ ਹੁੰਦਾ? ਕਹਿੰਦਾ ਜੀ ਪਹਿਲਾਂ ਉੱਚੀ ਬੋਲ ਕੇ ਕਰਦਾ, ਜੇ ਥੱਕ ਜੀਏ ਫਿਰ ਮੂੰਹ 'ਚ ਕਰਦਾ ਹਾਂ। ਤਾਂ ਮਹਾਂਪੁਰਖ ਕਹਿਣ ਲੱਗੇ ਕਲੇਰਾਂ ਵਾਲੇ ਕਿ ਭਾਈ ਸਿੱਖਾ, ਉੱਚੀ ਬੋਲਣ ਦਾ 1 ਗੁਣਾ ਫਲ ਪ੍ਰਾਪਤ ਹੁੰਦਾ ਹੈ, ਕੱਲੇ ਲਵ ਹਿੱਲਣ ਬੁੱਲ ਹਿੱਲਣ ਇਹਦਾ 10 ਗੁਣਾ ਫਲ ਪ੍ਰਾਪਤ ਹੁੰਦਾ ਹੈ। ਤੇ ਜੇ ਕੱਲੀ ਜ਼ੁਬਾਨ ਹੀ ਹਿੱਲੇ ਬੁੱਲ ਨਾ ਹਿੱਲਣ ਇਹਦਾ 100 ਗੁਣਾ ਫਲ ਪ੍ਰਾਪਤ ਹੁੰਦਾ ਹੈ। ਤੇ ਜੇ ਇਹੀ ਸੁਰਤ ਵਿੱਚ ਚੱਲੇ, ਜ਼ੁਬਾਨ ਵੀ ਨਾ ਹਿੱਲੇ, ਤਾਂ ਇਹਦਾ 1000 ਗੁਣਾ ਫਲ ਪ੍ਰਾਪਤ ਹੁੰਦਾ ਹੈ। ਤਾਂ ਤੂੰ ਇੱਦਾਂ ਕਰ, 1 ਜਾਪ ਫੇਰ ਦੁਬਾਰਾ ਕਰ ਤੇ ਸਤਿਗੁਰੂ ਜੀ ਅੱਗੇ ਅਰਦਾਸ ਕਰ, ਬੇਨਤੀ ਕਰਕੇ ਸੱਚੇ ਪਾਤਸ਼ਾਹ ਕਿਰਪਾ ਕਰਕੇ ਤੇਰੇ ਤੋਂ ਫਿਰ ਜਾਪ ਦੀ ਸੇਵਾ ਲੈਣ। ਤਾਂ ਭਾਈ ਗੁਰਦਿੱਤ ਸਿੰਘ ਜੀ ਨੇ ਫਿਰ 1.25 ਲੱਖ ਜਾਪ ਮੂਲ ਮੰਤਰ ਦਾ ਆਰੰਭ ਕੀਤਾ ਤੇ ਕਰਨਾ ਸ਼ੁਰੂ ਕੀਤਾ। ਤਾਂ 1.25 ਲੱਖ ਦਾ ਜਦੋਂ ਜਾਪ ਪੂਰਾ ਹੋਇਆ ਤਾਂ ਫਿਰ ਦਰਸ਼ਨ ਕਰਨ ਆਏ। ਤਾਂ ਬਾਬਾ ਜੀ ਕਹਿਣ ਲੱਗੇ, ਸੰਤ ਕਹਿਣ ਲੱਗੇ, ਨਾਨਕਸਰ ਵਾਲੇ ਮਹਾਂਪੁਰਖ ਕਹਿਣ ਲੱਗੇ, ਧੰਨ ਬਾਬਾ ਨੰਦ ਸਿੰਘ ਜੀ ਨੇ ਬਚਨ ਕੀਤਾ ਵੀ ਜਿਹੜਾ ਨਾਮ ਜਪਣਾ ਹੈ
ਇਹ ਪ੍ਰਮਾਤਮਾ ਦਾ ਨਾਤਾ ਹੈ। ਜਿਹੜਾ ਵਾਹਿਗੁਰੂ ਦਾ ਨਾਮ ਜਪਦਾ, ਜਿਵੇਂ ਮਾਪੇ ਆਪਣੀ ਧੀ ਦਾ ਖਿਆਲ ਰੱਖਦੇ ਨੇ, ਇੱਦਾਂ ਵਾਹਿਗੁਰੂ ਪਰਮੇਸ਼ਰ ਉਸ ਸਿੱਖ ਦਾ ਖਿਆਲ ਰੱਖਦਾ, ਜਗਿਆਸੂ ਰੂਪ ਇਸਤਰੀ ਦਾ, ਬੱਚੀ ਦਾ, ਜਿਹੜੇ ਨਾਮ ਜਪਣ ਲੱਗ ਪੈਂਦੇ ਹਨ। ਤਾਂ ਇਸ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ, ਹੇ ਸੱਚੇ ਪਾਤਸ਼ਾਹ, ਤੇਰੇ ਨਾਲ ਲਹੂ ਦਾ ਰਿਸ਼ਤਾ ਨਹੀਂ ਚੱਲਦਾ, ਪੈਸਿਆਂ ਨਾਲ ਦਾ ਰਿਸ਼ਤਾ ਨਹੀਂ ਚੱਲਦਾ, ਪਦਵੀ ਦਾ ਰਿਸ਼ਤਾ ਨਹੀਂ ਚੱਲਦਾ। ਆਪ ਜੀ ਨਿਰਸਾਕ ਹੋ। ਆਪ ਜੀ ਨਾਲ ਤੇ ਸਿਰਫ ਸਾਧ ਸੰਗਤ ਦਾ ਨਾਤਾ ਹੈ, ਜਾਂ ਨਾਮ ਦਾ ਨਾਤਾ ਹੈ, ਜਾਂ ਗੁਰੂ ਧਾਰਨ ਦਾ ਨਾਤਾ ਹੈ। ਇਹਨਾਂ ਨਾਤਿਆਂ ਦੇ ਨਾਲ ਤੁਸੀਂ ਨਿਭਦੇ ਹੋ, ਹੋਰ ਕਿਸੇ ਦੇ ਨਾਲ ਨਹੀਂ। ਤਾਂ ਐਸੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਮਹਾਰਾਜ ਕਹਿੰਦੇ ਹਨ, ਨਮਸਤੰ, ਨਮਸਕਾਰ ਹੈ। ਜਾਂ ਸਾਕੇ ਦਾ ਸਾਧ ਸੰਗਤ ਜੀ ਅਰਥ ਹੁੰਦਾ ਹੈ ਸੰਮਤ, ਜਿਵੇਂ ਸ਼ਾਕਾ ਸੰਮਤ ਹੈ, ਬਿਕਰਮੀ ਸੰਮਤ ਹੈ, ਈਸਵੀ ਸੰਮਤ ਹੈ। ਸੰਮਤ ਸਮੇਂ ਦੀ ਹੱਦਬੰਦੀ ਸਾਲ ਮੰਨਿਆ ਹੈ। ਤਾਂ ਵਾਹਿਗੁਰੂ ਪਰਮੇਸ਼ਰ ਕਿਸੇ ਸਮੇਂ ਦੀ ਹੱਦਬੰਦੀ ਦੇ ਵਿੱਚ ਨਹੀਂ ਆਉਂਦਾ ਹੈ, ਕਿਸੇ ਸੰਮਤ 'ਚ ਨਹੀਂ ਆਉਂਦਾ ਹੈ, ਕਿਉਂਕਿ ਉਹ ਸਮੇਂ ਤੋਂ ਬਾਹਰ ਹੈ। ਉਹਦੇ ਸਰੀਰ ਉੱਤੇ, ਉਹਦੇ ਸਰੂਪ ਉੱਤੇ ਕਾਲ ਦਾ ਅਸਰ ਨਹੀਂ, ਟਾਈਮ ਦਾ ਅਸਰ ਨਹੀਂ। ਨਿਰਸਾਕੇ ਸੰਮਤ ਸਮੇਂ ਦੀ ਹੱਦਬੰਦੀ ਤੋਂ ਉਹ ਵਾਹਿਗੁਰੂ ਪਰਮੇਸ਼ਰ ਬਾਹਰ ਹੈ। ਐਸੇ ਵਾਹਿਗੁਰੂ ਪਰਮੇਸ਼ਰ ਜੀ ਨੂੰ ਸੱਚੇ ਪਾਤਸ਼ਾਹ ਕਹਿੰਦੇ, ਮੇਰੀ ਨਮਸਕਾਰ ਹੈ। ਸਤਿਗੁਰੂ ਜੀ ਬਾਣੀ ਦੇ ਵਿੱਚ ਵੀ ਲਿਖਦੇ ਨੇ, ਸੇਵਕ ਹੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ, ਵਾਹਿਗੁਰੂ ਤੇਰਾ ਸਭ ਸਦਕਾ। ਨਿਰੰਕਾਰ ਪ੍ਰਭ ਸਦਾ ਸਲਾਮਤ। ਹੇ ਪ੍ਰਭੂ ਜੀ, ਤੁਸੀਂ ਤਾਂ ਹਮੇਸ਼ਾ ਰਹਿਣ ਵਾਲੇ ਹੋ। ਆਪ ਜੀ ਉੱਤੇ ਕਿਸੇ ਵੀ ਸਮੇਂ ਦਾ ਅਸਰ ਨਹੀਂ ਪੈਂਦਾ। ਤਾਂ ਜਿਹੜਾ ਵਾਹਿਗੁਰੂ ਸੰਮਤ ਆਦਿਕ ਦੀ ਹੱਦਬੰਦੀ ਤੋਂ ਰਹਿਤ ਹੈ, ਨਿਰ ਹੈ, ਉਹਨੂੰ ਸੱਚੇ ਪਾਤਸ਼ਾਹ ਕਹਿੰਦੇ ਨਮਸਕਾਰ ਹੈ। ਜਾਂ ਨਮਸਤੰ ਨਿਰਸਾਕੇ। ਸਾਕੇ ਦਾ ਅਰਥ ਕਈ ਵਿਦਵਾਨ ਇਸ ਤਰ੍ਹਾਂ ਵੀ ਕਰਦੇ ਹਨ ਕਿ ਕਿਸੇ ਦੂਸਰੇ ਧਰਮ ਉੱਤੇ ਜ਼ੁਲਮ ਕਰਨਾ, ਖੁਦਾ ਦਾ ਨਾਮ ਵਰਤ ਕੇ, ਪਰਮੇਸ਼ਰ ਦਾ ਨਾਮ ਵਰਤ ਕੇ ਦੂਜੇ ਧਰਮ ਤੇ ਜ਼ੁਲਮ ਕਰਦਾ। ਤਾਂ ਵਾਹਿਗੁਰੂ ਪਰਮੇਸ਼ਰ ਐਸੇ ਸਾਕਿਆਂ ਤੋਂ ਰਹਿਤ ਹੈ। ਉਹ ਕਿਸੇ ਵੀ ਮਜ਼ਹਬ ਦਾ ਪੱਖ ਨਹੀਂ ਲੈਂਦਾ, ਵੀ ਇੱਕ ਧਰਮ ਦਾ ਹੀ ਉਹ ਪੱਖ ਲੈਂਦਾ ਹੈ, ਦੂਸਰੇ ਧਰਮਾਂ ਨੂੰ ਕਹਿੰਦਾ ਖਤਮ ਕਰ ਦਿਓ, ਮਲੀਆ ਮੇਟ ਕਰ ਦਿਓ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅੱਜ ਸ਼ਹੀਦੀ ਦਿਹਾੜਾ ਵੀ ਹੈ। ਸਤਿਗੁਰੂ ਜੀ ਨੇ ਔਰੰਗਜ਼ੇਬ ਨੂੰ ਇਹੀ ਸਮਝਾਉਣ ਦਾ ਯਤਨ ਕੀਤਾ ਸੀ ਕਿ ਪਰਮਾਤਮਾ ਨਹੀਂ ਚਾਹੁੰਦਾ ਕਿ ਦੂਸਰੇ ਧਰਮਾਂ ਤੇ ਜ਼ੁਲਮ ਹੋਵੇ। ਪਰ ਔਰੰਗਜ਼ੇਬ ਇਸ ਗੱਲ ਤੇ ਹੱਠ ਬੰਨ੍ਹੀ ਬੈਠਾ ਸੀ ਕਿ ਕੁਰਾਨ ਜਾਂ ਸਾਡਾ ਧਰਮ ਕਹਿੰਦਾ ਹੈ ਕਿ ਸਾਰੇ ਖਤਮ ਕਰਕੇ ਮੁਸਲਮਾਨ ਬਣਾਉਣੇ। ਸਤਿਗੁਰੂ ਨੌਵੇਂ ਪਾਤਸ਼ਾਹ ਕਹਿਣ ਲੱਗੇ, ਵੀ ਤੈਨੂੰ ਕਿੱਦਾਂ ਪਤਾ ਹੈ ਵੀ ਖੁਦਾ ਇਹ ਚਾਹੁੰਦਾ ਵੀ ਸਾਰੇ ਮੁਸਲਮਾਨ ਹੋ ਜਾਣ? ਕਹਿੰਦਾ, ਜੀ ਮੈਨੂੰ ਪਤਾ ਹੈ, ਸਾਡੇ ਧਾਰਮਿਕ ਗ੍ਰੰਥਾਂ 'ਚ ਲਿਖਿਆ ਹੈ। ਅੱਗਿਓਂ ਔਰੰਗਜ਼ੇਬ ਨੇ ਸਵਾਲ ਕੀਤਾ, ਜੀ ਤੁਹਾਨੂੰ ਕਿੱਦਾਂ ਪਤਾ ਵੀ ਖੁਦਾ ਇਹ ਨਹੀਂ ਚਾਹੁੰਦਾ? ਤੇ ਨੌਵੇਂ ਪਾਤਸ਼ਾਹ ਕਹਿੰਦੇ, ਆਪਾਂ ਖੁਦਾ ਦੀ ਮਰਜ਼ੀ ਦੇਖ ਲੈਂਦੇ ਹਾਂ। ਕਹਿੰਦਾ, ਜੀ ਖੁਦਾ ਦੀ ਮਰਜ਼ੀ ਦਾ ਕਿੱਦਾਂ ਪਤਾ ਲੱਗਦਾ ਹੈ ਵੀ ਖੁਦਾ ਇਹ ਕੰਮ ਚਾਹੁੰਦਾ ਹੈ? ਤਾਂ ਦਾਸ ਨੂੰ ਭੁੱਲੇ ਨਾ ਸ਼ਾਇਦ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ 5 ਮਣ ਕਾਲੀਆਂ ਮਿਰਚਾਂ ਇਤਿਹਾਸ ਦੇ ਵਿੱਚ ਲਿਖੀਆਂ। ਭਾਈ ਸਾਹਿਬ ਲਿਖਦੇ ਨੇ ਕਿ ਸਤਿਗੁਰੂ ਜੀ ਨੇ ਆਖਿਆ ਵੀ 5 ਮਣ ਕਾਲੀਆਂ ਮਿਰਚਾਂ ਮੰਗਾਓ। ਕਾਲੀਆਂ ਮਿਰਚਾਂ ਮੰਗਾਈਆਂ ਗਈਆਂ, ਆਖਿਆ ਇਹਨਾਂ ਨੂੰ ਸਾੜ ਕੇ ਸਵਾਹ ਕਰੋ, ਫਿਰ ਕੱਪੜ ਛਾਣ ਕਰੋ ਤੇ ਯਤਨ ਕਰੋ ਇਹਨਾਂ ਵਿੱਚੋਂ ਸਾਬਤੀ ਕੋਈ ਬਚੇ ਨਾ। ਇੰਨੀ ਲੱਕੜ ਪਾਈ ਗਈ, ਫੂਕੀ ਗਈ ਕਿ ਮਿਰਚਾਂ ਸੜ ਕੇ ਸਵਾਹ ਹੋ ਜਾਣ। ਤਾਂ ਨੌਵੇਂ ਪਾਤਸ਼ਾਹ ਕਹਿੰਦੇ, ਜਦੋਂ ਸਵਾਹ ਹੋ ਗਈਆਂ, ਕੱਪੜ ਛਾਣ ਕੀਤੀਆਂ, ਫੇਰ ਤੁਹਾਨੂੰ ਖੁਦਾ ਦੀ ਮਰਜ਼ੀ ਦੱਸਾਂਗੇ ਕੀ ਹੈ। ਤਾਂ ਜਦੋਂ ਕੱਪੜ ਛਾਣ ਕੀਤੀ ਗਈ ਸਵਾਹ, ਤਾਂ 3 ਮਿਰਚਾਂ ਸਾਬਤ ਨਿਕਲੀਆਂ। ਪੂਰਾ ਯਤਨ ਕਰਨ ਦੇ ਬਾਵਜੂਦ ਵੀ 3 ਮਿਰਚਾਂ ਸਾਬਤ। ਸਤਿਗੁਰੂ ਕਹਿੰਦੇ, ਤੁਸੀਂ ਜ਼ੋਰ ਲਾ ਲਿਆ ਸਾੜਨ ਤੇ ਆਪਦਾ, ਪਰ 3 ਬਚੀਆਂ ਨੇ। ਇਹ ਖੁਦਾ ਦੀ ਮਰਜ਼ੀ ਹੈ।
ਤੂੰ ਕਹਿੰਦਾ ਮੈਂ ਦੋਵਾਂ ਤੋਂ ਇੱਕ ਕਰਨੇ ਨੇ, ਖੁਦਾ ਕਹਿੰਦਾ ਮੈਂ ਦੋ ਧਰਮਾਂ ਤੋਂ ਤਿੰਨ ਕਰਨੇ, ਇੱਕ ਹਿੰਦੂ ਇੱਕ ਮੁਸਲਮਾਨ, ਤੀਸਰਾ ਖਾਲਸਾ ਪੰਥ। ਤਾਂ ਸੱਚੇ ਪਾਤਸ਼ਾਹ ਕਹਿੰਦੇ ਭਾਈ ਖੁਦਾ ਦੀ ਮਰਜ਼ੀ ਜੇ ਹੋਵੇ ਕਿ ਇੱਕ ਧਰਮ ਦੇ ਹੋ ਜਾਣ ਤਾਂ ਹਿੰਦੂ ਜੰਮਣੇ ਹੀ ਨਹੀਂ ਚਾਹੀਦੇ ਹਨ। ਤੂੰ ਕਿਸ ਤਰ੍ਹਾਂ ਕਹਿੰਦਾ ਵਾ ਵੀ ਹਿੰਦੂ ਸਾਰੇ ਮੁਸਲਮਾਨ ਹੋ ਜਾਣ? ਇਸੇ ਕਰਕੇ ਸੱਚੇ ਪਾਤਸ਼ਾਹ ਜੀ ਨੇ ਉਸਤਤ ਕੀਤੀ ਆ, ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਬੜੋ ਕਲੂ ਮੈਂ ਸਾਕਾ, ਸਾਧਨ ਹੇਤ ਤੀ ਜਿਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ, ਠੀਕਰ ਫੋਰ ਦਲੀਰ ਸਿਰ ਪ੍ਰਭ ਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ, ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ, ਹੈ ਸਭ ਜਗ ਭਇਓ ਜੈ 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 ਸੁਰਲੋਕ। ਤਾਂ ਵਾਹਿਗੁਰੂ ਪਰਮੇਸ਼ਰ ਸੱਚੇ ਪਾਤਸ਼ਾਹ ਇਹੋ ਜਿਹੇ ਸਾਕੇ ਨਹੀਂ ਕਰਦਾ ਵੀ ਤੁਸੀਂ ਇੱਕ ਧਰਮ ਤੇ ਜ਼ੁਲਮ ਕਰੋ, ਦੂਸਰੇ ਧਰਮ ਨੂੰ ਖਤਮ ਹੀ ਕਰ ਦਿਓ। ਕਿਉਂ ਸਿੱਖ ਧਰਮ ਕਿੱਦਾਂ ਦਾ ਹੈ? ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾੜੇ ਸਰਬੱਤ ਦਾ ਭਲਾ, ਖੱਤਰੀ ਬ੍ਰਾਹਮਣ ਸੂਦ ਵੈਸ, ਉਪਦੇਸ਼ ਚੌਂ ਵਰਨਾ ਕੋ ਸਾਂਝਾ। ਤਾਂ 10ਵੇਂ ਪਾਤਸ਼ਾਹ ਇਹ ਗੱਲ ਲਿਖਦੇ ਨੇ, ਨਾ ਧਰਮੰ ਨਾ ਪਰਮੰ ਨਾ ਸਰਮੰ ਨਾ ਸਾਕੇ। ਵਾਹਿਗੁਰੂ ਇੱਦਾਂ ਦੇ ਸਾਕੇ ਨਹੀਂ ਕਰਦਾ ਹੈ। ਕਿਉਂ ਵਾਹਿਗੁਰੂ ਜੀ ਦੇ ਵਾਸਤੇ ਦੇਹਰਾ ਮਸੀਤ ਸੋਈ, ਪੂਜਾ ਨਵਾਜ ਹੋਈ, ਮਨ ਸਭੇ ਏਕ ਪੈ ਅਨੇਕ ਕੋ ਪ੍ਰਭਾਉ ਹੈ। ਤਾਂ ਵਾਹਿਗੁਰੂ ਜੀ ਦੇ ਅੱਗੇ ਸਾਰੇ ਹੀ ਇੱਕ ਹਨ। ਤਾਂ ਸਤਿਗੁਰੂ ਜੀ ਕਹਿੰਦੇ ਐਸੇ ਵਾਹਿਗੁਰੂ ਨੂੰ ਜਿਹੜਾ ਧਰਮ ਦੇ ਝਗੜਿਆਂ 'ਚ ਨਹੀਂ ਆਉਂਦਾ ਹੈ, ਵਕੀਲੀਆਂ 'ਚ ਨਹੀਂ ਆਉਂਦਾ ਹੈ, ਇਹਨਾਂ ਤੋਂ ਰਹਿਤ ਹੈ, ਐਸੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਨਮਸਤਕ ਨਮਸਕਾਰ ਹੈ। ਜਾਂ ਮਹਾਂਪੁਰਸ਼ ਹੋਰ ਵੀ ਕਈ ਅਰਥ, ਵਿਦਵਾਨ ਲੋਕ, ਸੰਤ ਲੋਕ, ਸਾਧੂ ਲੋਕ ਇਹਨਾਂ ਤੁਕਾਂ ਦੇ ਕਰਦੇ ਹਨ ਨਮਸਤਕ ਨਿਰਸਾਕੇ ਦੇ। ਜਿਵੇਂ ਸਾਕ ਦਾ ਸਗੇ ਸੰਬੰਧੀ ਅਰਥ ਕਰ ਦਿੰਦੇ ਨੇ, ਸਾਕ ਦਾ ਸੰਮਤ ਅਰਥ ਕਰ ਦਿੰਦੇ ਨੇ, ਸਾਕ ਦਾ ਸਾਕਾ ਕਰ ਦਿੰਦੇ ਨੇ। ਇਸੇ ਤਰ੍ਹਾਂ ਸਾਕ ਦਾ ਅਰਥ ਖਿੱਚ ਕੇ ਪ੍ਰੌੜੀਵਾਦ ਦੇ ਨਾਲ ਸਿੱਕਾ ਵੀ ਕਰਦੇ ਨੇ। ਜਿਵੇਂ ਰਾਜੇ ਲੋਕ ਰਾਜ ਭਾਗ ਖੋਹ ਕੇ ਆਪਦੇ ਨਾਂ ਦੇ ਸਿੱਕੇ ਚਲਾਉਂਦੇ ਨੇ ਵੀ ਅਸੀਂ ਖਣੀ ਰੱਬ ਹੀ ਬਣ ਗਏ ਆ, ਕਿਸੇ ਦੀ ਪਰਵਾਹ ਨਹੀਂ ਕਰਦੇ ਹਨ। ਦੂਸਰਾ ਬਾਦਸ਼ਾਹ ਆਉਂਦਾ, ਉਹਨੂੰ ਗੱਦੀ ਤੋਂ ਲਾ ਕੇ ਫਿਰ ਆਪਦੇ ਸਿੱਕੇ ਚਲਾਉਂਦਾ ਹੈ, ਫਿਰ ਤੀਸਰਾ ਆਵੇਗਾ ਉਹ ਆਪਦੇ ਚਲਾਵੇਗਾ, ਚੌਥਾ ਆਵੇਗਾ, ਜਿਹੜਾ ਆਉਂਦਾ ਉਹ ਆਪਦੀਆਂ ਚੰਮਦੀਆਂ ਚਲਾਉਂਦਾ ਹੈ ਤੇ ਸਮਝਦਾ ਵੀ ਮੈਂ ਹੀ ਸਭ ਕੁਝ ਆ, ਮੈਂ ਹੀ ਰੱਬ। ਤਾਂ ਵਾਹਿਗੁਰੂ ਪਰਮੇਸ਼ਰ ਇਸ ਤਰ੍ਹਾਂ ਦਾ ਬਾਦਸ਼ਾਹ ਨਹੀਂ ਜਿਹੜਾ ਜ਼ੁਲਮ ਕਰਕੇ ਰਾਜ ਭਾਗ ਤੇ ਬਹਿ ਕੇ ਆਪਦੇ ਚੰਮ ਦੇ ਸਿੱਕੇ ਚਲਾਵੇ। ਉਹਦਾ ਤਾਂ ਪਰਾਲਬਧ ਰੂਪ ਸਿੱਕਾ ਹਮੇਸ਼ਾ ਹੀ ਚੱਲਦਾ ਹੈ। ਘਰ ਘਰ ਲਸ਼ਕਰ ਪਾਵਕ ਤੇਰਾ, ਧਰਮ ਕਰੇ ਸਿਕਦਾਰੀ, ਧਰਤੀ ਦੇਗ ਮਿਲੇ ਇੱਕ ਵੇਰਾ, ਭਾਗ ਤੇਰਾ ਭੰਡਾਰੀ, ਨਾ ਸਾਬੂਰ ਹੋਵੇ ਫਿਰ ਮੰਗੇ, ਨਾਰਦ ਕਰੇ ਖੁਆਰੀ। ਤਾਂ ਜਿਹੜੀ ਕਿਸਮਤ ਹੈ, ਪਰਾਲਬਧ ਹੈ, ਇਹਦੇ ਮੁਤਾਬਕ ਹਰੇਕ ਨੂੰ ਦੁੱਖ ਸੁੱਖ ਮਿਲਦਾ ਹੈ। ਤਾਂ ਪਰਾਲਬਧ ਰੂਪ ਜਿਹੜਾ ਸਿੱਕਾ ਵਾਹਿਗੁਰੂ ਜੀ ਦਾ ਉਹ ਹਮੇਸ਼ਾ ਹੀ ਚੱਲਦਾ ਰਹਿੰਦਾ ਸੰਸਾਰ ਦੇ ਉੱਤੇ। ਤਾਂ ਦੁਨਿਆਵੀ ਸਿੱਕੇ ਚਲਾਉਣ ਵੱਲੋਂ ਵਾਹਿਗੁਰੂ ਪਰਮੇਸ਼ਰ ਦੁਨਿਆਵੀ ਬਾਦਸ਼ਾਹ ਵਾਂਗੂ ਇਸ ਤਰ੍ਹਾਂ ਨਹੀਂ ਕਰਦਾ। ਮਹਾਰਾਜ ਕਹਿੰਦੇ ਰਹਿਤ ਹੈ। ਤਾਂ ਇਹ ਵੀ ਅਰਥ ਵਿਦਵਾਨ ਕਰ ਦਿੰਦੇ ਹਨ, ਐਸੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਹੈ। ਨਮਸਤੰ ਨਿਰਬਾਕੇ, ਬਾਕ ਕਹਿੰਦੇ ਹਨ ਫਾਰਸੀ ਦੇ ਵਿੱਚ ਖੌਫ ਨੂੰ, ਭੈ ਨੂੰ, ਡਰ ਨੂੰ। ਪਰਮਾਤਮਾ ਵਾਹਿਗੁਰੂ ਪਰਮੇਸ਼ਰ ਡਰ ਤੋਂ, ਭੈ ਤੋਂ ਰਹਿਤ ਹੈ। ਨਾ ਤਸਵੀਸ ਖਰਾਜ ਨਾ ਮਾਲ, ਖੌਫ ਨਾ ਕਤਾ ਨਾ ਤਰਸ ਜਵਾਲ, ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅੰਦੋ ਨਹੀਂ ਤੇ ਠਾਓ। ਤਾਂ ਐਸਾ ਵਾਹਿਗੁਰੂ ਜਿਹੜਾ ਨਿਰਬਾਕੇ, ਬਾਕ ਖੌਫ ਤੋਂ ਨਿਰ ਰਹਿਤ ਹੈ। ਜਿਹੜੇ ਉਹਦਾ ਨਾਮ ਜਪਦੇ ਨੇ ਉਹ ਵੀ ਨਿਰਭਉ ਪਦਵੀ ਨੂੰ ਪ੍ਰਾਪਤ ਹੁੰਦੇ ਨੇ। ਜਿਹੜੇ ਉਹਦੀ ਕਮਾਈ ਕਰਦੇ ਨੇ ਉਹ ਵੀ ਨਿਰਵੈਰ ਪਦਵੀ ਨੂੰ ਪ੍ਰਾਪਤ ਹੋ ਜਾਂਦੇ ਹਨ। ਜਾਂ ਨਿਰਬਾਕੇ, ਬਾਕ ਕਹਿੰਦੇ ਨੇ ਟੇਢ ਤਾਈ ਨੂੰ, ਛਲ ਕਪਟ ਨੂੰ। ਵਾਹਿਗੁਰੂ ਪਰਮੇਸ਼ਰ ਜੀ ਜਿਵੇਂ ਦੁਨਿਆਵੀ ਲੋਕ ਛਲ ਕਪਟ, ਧੋਖਾ, ਠੱਗੀਆਂ, ਫਰੇਬੀਆਂ, ਚਲਾਕੀਆਂ ਕਰਦੇ ਹਨ,
ਇਸ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਜੀ ਵਸ ਦੇ ਵਿੱਚ ਆਉਣ ਵਾਲੇ ਨਹੀਂ ਹਨ। ਉਹ ਤਾਂ ਹਿਰਦੇ ਦੀ ਸਫਾਈ, ਸ਼ੁੱਧਤਾ, ਭੋਲਾਪਨ ਇਸ ਪ੍ਰਕਾਰ ਪ੍ਰਾਪਤ ਹੁੰਦੇ ਨੇ। ਇਸ ਕਰਕੇ ਐਸੇ ਵਾਹਿਗੁਰੂ ਨੂੰ ਨਮਸਕਾਰ ਹੈ ਜਿਹੜਾ ਟੇਢ ਤਾਈ ਤੋਂ ਨਿਰਰਹਿਤ ਹੈ, ਛਲ ਕਪਟ ਤੋਂ ਰਹਿਤ ਹੈ। ਐਸੇ ਵਾਹਿਗੁਰੂ ਜੀ ਨੂੰ ਮਹਾਰਾਜ ਕਹਿੰਦੇ ਨਮਸਕਾਰ ਹੈ। ਜਾਂ ਵਾਕ ਕਹਿੰਦੇ ਬਚਨਾਂ ਨੂੰ, ਵਾਕ ਕਹਿ ਦਿੰਦੇ ਪੰਜਾਬੀ ਦੇ ਵਿੱਚ। ਤਾਂ ਬਚਨਾਂ ਨੂੰ, ਬੋਲਾਂ ਨੂੰ ਕੀ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਸਿਰਫ ਗੱਲਾਂ ਕਰਕੇ ਹੋ ਜਾਂਦੀ ਹੈ, ਵਾਕਾਂ ਕਰਕੇ ਹੋ ਜਾਂਦੀ ਹੈ, ਬੋਲਾਂ ਕਰਕੇ ਹੋ ਜਾਂਦੀ ਹੈ? ਤਾਂ ਮਹਾਰਾਜ ਕਹਿੰਦੇ ਇਕੱਲਾ ਗੱਲਾਂ ਬਾਤਾਂ ਦੇ ਨਾਲ ਰੱਬ ਨਹੀਂ ਮਿਲਦਾ। ਗੱਲਾਂ ਬਾਤਾਂ ਤੋਂ ਉਹ ਰਹਿਤ, ਨਿਰਰਹਿਤ ਹੈ, ਉਹਦੀ ਪ੍ਰਾਪਤੀ ਨਹੀਂ। ਧਾਰਮਿਕ ਜਿਹੜੇ ਬਚਨ ਵਿਲਾਸ ਨੇ ਉਹ ਤਾਂ ਮਨ ਸਮਝਾਉਣ ਵਾਸਤੇ ਹਨ ਸਾਰੇ, ਕਮਾਈ ਤੇ ਫੇਰ ਕਰਨੀ ਪੈਂਦੀ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਮਸਤੰ ਨਿਰਬਾਕੇ ਕਾਹੂ ਬੋਲ ਨਾ ਪਹੁੰਚਤ ਪ੍ਰਾਨੀ ਅਗਮ ਅਗੋਚਰ ਪ੍ਰਭ ਨਿਰਬਾਨੀ। ਬੋਲਾਂ ਦੇ ਨਾਲ ਉਹਦੀ ਪ੍ਰਾਪਤੀ ਨਹੀਂ ਹੁੰਦੀ, ਗੱਲਾਂ ਦੇ ਨਾਲ ਪ੍ਰਮਾਤਮਾ ਵਸ ਦੇ ਵਿੱਚ ਨਹੀਂ ਆਉਂਦਾ। ਸਤਿਗੁਰੂ ਬਾਣੀ ਦੇ ਵਿੱਚ ਵੀ ਲਿਖਦੇ ਨੇ, ਅਮਲ ਕਰ ਧਰਤੀ ਬੀਜ ਸ਼ਬਦੋ ਕਰ, ਸੱਚ ਕੀ ਆਬ ਨਿਤ ਦੇਹ ਪਾਣੀ, ਹੋਏ ਕਿਰਸਾਨ ਈਮਾਨ ਜਮਾਇ ਲੈ, ਭਿਸਤ ਦੋਜਕ ਮੂੜੇ ਏਵ ਜਾਣੀ। ਮਤ ਜਾਣ ਸਹਿ ਗੱਲੀ ਪਾਇਆ, ਮਾਲ ਕੇ ਮਾਣੇ ਰੂਪ ਕੀ ਸ਼ੋਭਾ, ਇਤ ਵਿਧੀ ਜਨਮ ਗਵਾਇਆ। ਵਾਹਿਗੁਰੂ ਪਰਮੇਸ਼ਰ ਗੱਲਾਂ ਦੇ ਨਾਲ ਨਹੀਂ ਪ੍ਰਾਪਤ ਹੁੰਦਾ। ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਗੱਲੀ ਕਿਨੇ ਨਾ ਪਾਇਆ, ਇੱਕ ਫਿਰੈ ਘਨੇਰੇ ਕਰਹਿ ਗੱਲਾਂ। ਜਾਂ ਸਤਿਗੁਰੂ ਜੀ ਕਹਿੰਦੇ ਗੱਲੀ ਤਪਾਵਸ ਨਾ ਹੋਵੀ, ਵਿਸ ਖਾਧੇ ਤਤਕਾਲ ਮਰ ਜਾਏ। ਜੇ ਕਿਸੇ ਨੇ ਜ਼ਹਿਰ ਖਾਧਾ ਹੈ ਤੇ ਉਹ ਗੱਲਾਂ ਕਰੀ ਜਾਵੇ ਵੀ ਮੈਂ ਮਰਨਾ ਨਹੀਂ, ਮੈਂ ਮਰਨਾ ਨਹੀਂ। ਹੁਣ ਖਾਧਾ ਜ਼ਹਿਰ ਆ, ਮਰਨਾ ਤੇ ਪੈਣਾ ਹੀ ਆ। ਗੱਲਾਂ ਕਰਨ ਦੇ ਨਾਲ ਵੀ ਮੈਂ ਮਰਨਾ ਨਹੀਂ, ਮੈਂ ਮਰਨਾ ਨਹੀਂ, ਮਰਨਾ ਤੇ ਪੈਣਾ ਹੀ ਆ, ਖਾਧਾ ਜ਼ਹਿਰ। ਤਾਂ ਇੰਨੇ ਦ੍ਰਿਸ਼ਟਾਂਤ ਦੇ ਕੇ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਵਾਕਾਂ ਦੀ ਚਤੁਰਤਾ, ਚੰਚਲਤਾ ਦੇ ਨਾਲ ਪ੍ਰਾਪਤ ਹੋਣ ਵਾਲਾ ਨਹੀਂ ਹੈ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਪੂਛਤ ਪਥਕ ਤੇ ਮਾਰਗ ਨਾ ਧਾਰੇ ਪਗ, ਪ੍ਰੀਤਮ ਕੈ ਦੇਸ ਕੈਸੇ ਬਾਤਨ ਸਿਓ ਜਾਈਐ। ਪੂਛਤ ਹੈ ਵੈਦ ਨਾ ਖਾਤ ਔਖਦ ਨਾ ਸੰਜਮ ਸਹਿ, ਕੈਸੇ ਰੋਗ ਮਿਟੈ ਸੁਖ ਸਹਿਜ ਸਮਾਈਐ। ਪੂਛਤ ਹੈ ਸੁਹਾਗਨ ਕਰਮ ਹੈ ਦੁਹਾਗਨ, ਕੇ ਹਿਰਦੈ ਬੇਵਿਚਾਰ ਕਤ ਸੇਜਾ ਬੁਲਾਏ। ਹੁਣ ਅੱਗੇ ਤਾਂ ਸਾਰਿਆਂ ਦਾ ਹੀ ਭਾਈ ਗੁਰਦਾਸ ਸਾਹਿਬ ਨੇ ਖੰਡਨ ਕਰ ਦਿੱਤਾ। ਗਾਏ ਸੁਨੇ ਆਖੇ ਮੀਚੇ, ਪਾਈਏ ਨਾ ਪਰਮ ਪਦ, ਗੁਰ ਉਪਦੇਸ਼ ਗਹਿ ਜੌਲੋ ਨਾ ਕਮਾਈਏ। ਸਿਰਫ ਗੱਲਾਂ ਕਰਦੇ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ। ਨਾਲੇ ਦੁਨੀਆ ਕਿਸੇ ਬੰਨੇ ਵੀ ਨਹੀਂ ਰਾਜੀ ਹੁੰਦੀ। ਸੰਸਾਰ ਦਾ ਸੁਭਾਅ ਹੈ, ਤੁਸੀਂ ਹੈਰਾਨ ਹੋਵੋਗੇ। ਆ ਪਿਛਲੇ ਦਿਨਾਂ 'ਚ ਸ਼੍ਰੀਮਾਨ ਸੰਤ ਰਾਮ ਸਿੰਘ ਜੀ ਨਾਨਕਸਰ ਵਾਲੇ, ਸਿੰਘੜੇ ਵਾਲੇ ਚੜ੍ਹਾਈ ਕਰ ਗਏ ਨੇ। ਬੜੀ ਵੱਡੀ ਕੁਰਬਾਨੀ ਦੇ ਗਏ ਨੇ। ਪਰ ਬਹੁਤੇ ਸੱਜਣਾਂ ਨੂੰ, ਗੱਲਾਂ ਬਾਤਾਂ ਵਾਲਿਆਂ ਨੂੰ ਇਹ ਵੀ ਪਸੰਦ ਨਹੀਂ ਆਉਂਦੀ ਪਈ, ਰਾਸ ਨਹੀਂ ਆਉਂਦੀ ਪਈ। ਹੁਣ ਇੱਕ ਬੰਨੇ ਤੇ ਕਹਿੰਦੇ ਸੀ ਜੇ ਤੁਸੀਂ ਸੰਘਰਸ਼ ਕਰਦੇ ਹੋ ਤੇ ਸਰਕਾਰ ਕਹਿੰਦੀ ਇਹ ਖਾਲਿਸਤਾਨ ਦਾ ਸੰਘਰਸ਼ ਹੈ, ਸਰਕਾਰ ਨੂੰ ਬਹਾਨਾ ਮਿਲ ਜੂਗਾ ਜੀ, ਉਹ ਬੰਦ ਕਰ ਦੇਣਗੇ ਜੀ। ਤੇ ਜੇ ਦੂਸਰੇ ਬੰਨੇ ਕਿਸੇ ਸੰਤ ਨੇ ਆਪਦੀ ਸ਼ਹਾਦਤ ਸ਼ਾਂਤਮਈ ਦੇਤੀ ਆ ਵੀ ਸਰਕਾਰ ਨੂੰ ਬਹਾਨਾ ਨਾ ਮਿਲੇ, ਸਰਕਾਰ ਕਿਸਾਨਾਂ ਨੂੰ ਉਠਾ ਨਾ ਦੇਵੇ, ਤੇ ਤਾਂ ਵੀ ਕਈ ਸੱਜਣ ਸਹਿਮਤ ਨਹੀਂ। ਚਲੋ ਸਭ ਨੂੰ ਆਪੋ ਆਪਣੀ ਮੱਤ ਮੁਬਾਰਕ। ਪਰ ਧਾਰਮਿਕ ਗ੍ਰੰਥ ਕਹਿੰਦੇ ਨੇ ਸੰਤ ਦਾ ਹਿਰਦਾ ਬੜਾ ਕੋਮਲ ਹੋਣਾ ਚਾਹੀਦਾ ਹੈ। ਤੁਲਸੀਦਾਸ ਜੀ ਨੇ ਇੱਕ ਬੜਾ ਸੋਹਣਾ ਦੋਹਰਾ ਜਾਂ ਉਹਨਾਂ ਨੇ ਚੌਪਈ ਲਿਖੀ ਹੈ ਆਪਣੀ ਰਚਨਾ ਦੇ ਵਿੱਚ, ਸੰਤ ਹਿਰਦੈ ਨਵਨੀਤ ਸਮਾਨਾ, ਕਹਾ ਕਵਨ ਪਰ ਕਹੇ ਨਾ ਜਾਨਾ। ਸੰਤ ਦਾ ਹਿਰਦਾ ਮੱਖਣੀ ਵਰਗਾ ਚਾਹੀਦਾ, ਮੱਖਣ ਵਰਗਾ। ਕਵੀਆਂ ਨੇ ਆਖਿਆ ਹੈ ਕਿ ਸੰਤ ਦਾ ਹਿਰਦਾ ਮੱਖਣ ਵਰਗਾ ਹੋਣਾ ਚਾਹੀਦਾ, ਕੋਮਲ, ਸੌਫਟ, ਧੌਲ ਧਰਮ ਦਇਆ ਕਾ ਪੂਤ।
ਤਰਸ ਹੋਵੇ, ਦਇਆ ਹੋਵੇ, ਪਰਉਪਕਾਰ ਹੋਵੇ। ਪਰ ਕਵੀ ਪੂਰੀ ਉਪਮਾ ਕਰ ਨਹੀਂ ਸਕੇ ਸੰਤ ਦੇ ਹਿਰਦੇ ਦੀ। ਕਿਉਂ? ਨਿਜ ਪ੍ਰਤਾਪ ਦਰਵੀ ਨਵਨੀਤਾ। ਜਿਹੜੀ ਮੱਖੜੀ ਆ ਨਾ, ਜਦੋਂ ਉਹਨੂੰ ਸੇਕ ਲੱਗੇ ਨਾ, ਆਪਣੇ ਆਪ ਨੂੰ ਸੇਕ ਲੱਗੇ, ਫਿਰ ਉਹ ਪਿਘਲ ਜਾਂਦੀ ਹੈ। ਜਦੋਂ ਆਪ ਨੂੰ ਲੱਗਾ ਫੇਰ ਪਿਘਲੀ। ਪਰ ਸੰਤ ਦੇ ਵਿੱਚ ਇੱਕ ਫਰਕ ਆ, ਪਰ ਦੁੱਖ ਦਰਵੇ ਸੰਤ ਸੋ ਪੁਨੀਤਾ। ਸੰਤ ਜਦੋਂ ਦੂਜੇ ਨੂੰ ਦੁੱਖ ਲੱਗਾ ਫੇਰ ਪਿਘਲਿਆ। ਬਾਕੀ ਦੁਨੀਆ ਦਾ ਸੁਭਾਅ ਕੀ ਆ, ਮੱਖਣ ਦਾ ਕੀ ਸੁਭਾਅ ਆ, ਜਦੋਂ ਆਪ ਨੂੰ ਗਰਮੀ ਲੱਗੀ ਫੇਰ ਪਿਘਲੀ। ਪਰ ਸੰਤ ਦਾ ਸੁਭਾਅ ਇਹ ਤੋਂ ਵੀ ਉਲਟ ਹੈ, ਜਦੋਂ ਦੂਜਾ ਦੁਖੀ ਹੋਇਆ ਤੇ ਫਿਰ ਆਪ ਉਹ ਪਿਘਲ ਗਿਆ, ਦੁਖੀ ਹੋ ਗਿਆ। ਇਹ ਸੁਣੀ ਤੇ ਸੀ, ਪੜ੍ਹੀ ਤੇ ਸੀ, ਤੇ ਸਾਡਾ ਇਤਿਹਾਸ ਇਸ ਗੱਲ ਨੂੰ ਸਮਝਾਉਂਦਾ ਵਾਰੀ ਵਾਰੀ। ਹੁਣ 9ਵੇਂ ਪਾਤਸ਼ਾਹ ਦਾ ਅੱਜ ਸ਼ਹੀਦੀ ਦਿਹਾੜਾ ਹੈ, ਪਹਿਲਾਂ ਵੀ ਬੇਨਤੀ ਕੀਤੀ ਸੀ। ਹੁਣ ਜਿਹੜੇ ਧਰਮ ਨਾਲ ਲੈਣ ਦੇਣੇ ਕੋਈ ਨਹੀਂ ਹੈ, ਆਸਾ ਇਸ਼ਟ ਉਪਾਸਨਾ, ਇਹ ਕੁਝ ਗੱਲਾਂ ਨਹੀਂ ਰਲਦੀਆਂ ਹਨ। ਸਿੱਖ ਧਰਮ ਨਿਰਗੁਣ ਉਪਾਸਨਾ ਜ਼ਿਆਦਾ ਕਰਦਾ ਹੈ। ਤਿਲਕ ਨਾਲ ਕੋਈ ਬਹੁ ਵਾਸਤਾ ਨਹੀਂ, ਜੰਝੂ ਅਸੀਂ ਨਹੀਂ ਪਾਉਂਦੇ, ਤਿਲਕ ਅਸੀਂ ਨਹੀਂ ਲਾਉਂਦੇ। ਉਸ ਧਰਮ ਦੇ ਵਾਸਤੇ ਮੂਰਤੀ ਸਿੱਖ ਨਹੀਂ ਪੂਜਦਾ, ਉਸ ਧਰਮ ਦੇ ਵਾਸਤੇ ਕੁਰਬਾਨੀ ਦੇਣੀ, ਇਹ ਸੰਤ ਦਾ ਹਿਰਦਾ ਵਾ, ਧਾਰਮਿਕ ਗ੍ਰੰਥਾਂ 'ਚ ਲਿਖਿਆ। ਤੇ ਦਾਸ ਪੜ੍ਹਦਾ ਵੀ ਪਿਆ ਸੀ, ਸੁਣਦਾ ਵੀ ਪਿਆ ਸੀ ਵੀ ਕਈ ਸੱਜਣ ਸਹਿਮਤ ਨਹੀਂ ਹੋ ਰਹੇ ਇਸ ਗੱਲ ਉੱਤੇ। ਤੇ ਕਮਾਲ ਦੀ ਗੱਲ ਹੈ, ਗੱਲਾਂ ਬਾਤਾਂ ਨਾਲ ਸੰਸਾਰ ਨਹੀਂ ਜਿੱਤਿਆ ਜਾ ਸਕਦਾ। ਇੱਕ ਬੰਨੇ ਕਹਿਣਾ ਜੇ ਕੋਈ ਸੰਘਰਸ਼ ਕਰਕੇ ਮਰਨਾ ਚਾਹੀਦਾ ਜੀ, ਜੂਝ ਕੇ ਮਰਨਾ ਚਾਹੀਦਾ, ਤੇ ਰੋਕਿਆ ਕਿੰਨੇ ਆ, ਮਰੋ ਜਾ ਕੇ। ਦੂਸਰੇ ਬੰਨੇ ਫਿਰ ਕਹਿ ਦੇਣਾ ਵੀ ਖਾਲਿਸਤਾਨ ਦੀ ਗੱਲ ਨਾ ਕਰੋ ਜੀ, ਜੂਝਣ ਦੀ ਗੱਲ ਨਾ ਕਰੋ। ਤੇ ਜੇ ਕੋਈ ਸੰਤ ਸ਼ਾਂਤਮਈ ਸ਼ਹੀਦੀ ਦੇ ਗਿਆ ਤੇ ਤਾਂ ਵੀ ਔਖੇ ਦੇ ਔਖੇ। ਨਿਚੋੜ ਕੀ ਹੈ ਵੀ ਗੱਲੀ ਬਾਤੀ ਇਹ ਸੰਸਾਰ ਦੇ ਦੋਵੇਂ ਪਾਸੇ ਦੰਦੇ ਲੱਗੇ ਹੁੰਦੇ ਨੇ, ਇਹ ਕੋਈ ਨਹੀਂ ਜਿੱਤ ਸਕਦਾ ਹੈ। ਗੱਲਾਂ ਦੇ ਨਾਲ ਕੁਝ ਨਹੀਂ ਹੁੰਦਾ। ਗੁਰਬਾਣੀ ਕਹਿੰਦੀ ਹੈ ਹੁੰਦਾ ਜੋ ਵੀ ਹੈ ਉਹ ਕੁਰਬਾਨੀ ਨਾਲ ਹੁੰਦਾ ਹੈ, ਕਮਾਈ ਦੇ ਨਾਲ ਹੁੰਦਾ ਹੈ। ਗੱਲੀ ਬਾਤੀ ਤੇ ਰੱਬ ਵੀ ਨਹੀਂ ਮਿਲਦਾ ਕਿਸੇ ਨੂੰ, ਹੋਰ ਤੇ ਕੀ ਪ੍ਰਾਪਤੀ ਕਰਨੀ ਕਿਸੇ ਨੇ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕੀ ਕਹਿੰਦੇ, ਕਾਹੂ ਬੋਲ ਨਾ ਪਹੁੰਚਤ ਪ੍ਰਾਨੀ। ਉਹ ਬਾਕਾਂ ਕਰਕੇ ਪ੍ਰਾਪਤ ਨਹੀਂ ਹੁੰਦਾ, ਉਹ ਗੱਲੀ ਬਾਤੀ ਪ੍ਰਾਪਤ ਨਹੀਂ ਹੁੰਦਾ, ਉਹ ਕਮਾਈ ਕਰਕੇ, ਬੰਦਗੀ ਕਰਕੇ, ਘਾਲਣਾ ਕਰਕੇ ਉਹਦੀ ਪ੍ਰਾਪਤੀ ਮੰਨੀ ਗਈ ਹੈ। ਨਿਰੇ ਬਾਕਾਂ ਕਰਕੇ, ਬੋਲਾਂ ਕਰਕੇ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਨਿਰ ਰਹਿਤ ਹੈ, ਬੋਲ ਕਰਕੇ ਉਹਦੀ ਪ੍ਰਾਪਤੀ ਨਹੀਂ। ਐਸੇ ਵਾਹਿਗੁਰੂ ਪਰਮੇਸ਼ਰ ਜੀ ਨੂੰ ਨਮਸਤੰਗ ਨਮਸਕਾਰ ਹੈ। ਨਮਸਤੰਗ ਰਹੀਮੇ ਨਮਸਤੰਗ ਕਰੀਮੇ। ਰਹੀਮੇ ਰਹਿਮ ਕਰਨ ਵਾਲਾ ਹੈ, ਤਰਸ ਕਰਨ ਵਾਲਾ ਹੈ, ਤਰਸ ਦਾ ਭਰਿਆ ਹੋਇਆ ਹੈ, ਰਹਿਮ ਦਾ ਭਰਿਆ ਹੋਇਆ ਹੈ। ਲੇਖੈ ਕਤੇ ਨਾ ਛੂਟੀਐ, ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਅਵਤਾਰ। ਐਸੇ ਵਾਹਿਗੁਰੂ ਜੀ ਨੂੰ ਨਮਸਤੰਗ ਨਮਸਕਾਰ ਹੈ। ਕਰੀਮੇ ਕਿਰਪਾ ਕਰਨ ਵਾਲਾ ਹੈ, ਬਖਸ਼ਿਸ਼ ਕਰਨ ਵਾਲਾ ਹੈ, ਕਿਰਪਾ ਕਰਕੇ ਤਾਰ ਦਿੰਦਾ ਹੈ। ਐਸੇ ਵਾਹਿਗੁਰੂ ਜੀ ਨੂੰ ਨਮਸਤੰਗ ਨਮਸਕਾਰ ਹੈ। ਕੀ ਮੰਗਣਾ ਚਾਹੀਦਾ ਹੈ ਵਾਹਿਗੁਰੂ ਪਰਮੇਸ਼ਰ ਜੀ ਦੇ ਪਾਸੋਂ? ਤਾਂ ਸੰਤ ਸਾਧੂ ਮਹਾਤਮਾ ਕਹਿੰਦੇ ਕਿਰਪਾ ਮੰਗਣੀ ਚਾਹੀਦੀ ਹੈ। ਗੁਰਬਾਣੀ ਕੀ ਕਹਿੰਦੀ ਹੈ? ਗੁਰਬਾਣੀ ਕਹਿੰਦੀ ਵਾਹਿਗੁਰੂ ਜੀ ਤੋਂ ਕਿਰਪਾ ਮੰਗਣੀ ਚਾਹੀਦੀ ਹੈ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਾਤੇ। ਖਾਤ ਪੀਤ ਖੇਲਤ ਹਸਤ, ਭਰਵੇ ਜਨਮ ਅਨੇਕ। ਭਵਜਲ ਤੇ ਕਾਢੋ ਪ੍ਰਭੂ, ਨਾਨਕ ਤੇਰੀ ਟੇਕ। ਗੁਰਬਾਣੀ ਤੇ ਵਾਰ-ਵਾਰ ਸਮਝਾਉਂਦੀ ਆ, ਤੁਧ ਭਾਵੇ ਤਾਂ ਬਖਸ਼ ਲੈ ਖੋਟੇ ਸੰਗ ਕਰੇ, ਨਾਨਕ ਭਾਵੇ ਪਾਰ ਬ੍ਰਹਮ ਪਾਹਨ ਨੀਤਰ। ਤਾਂ ਕੀ ਮੰਗਣਾ ਚਾਹੀਦਾ ਸੀ? ਤੇ ਸਿਰਫ ਪੈਸਾ ਹੀ ਮੰਗੀ ਜਾਂਦੇ ਆ, ਵਡਿਆਈ ਮੰਗੀ ਜਾਂਦੇ ਆ, ਪਦਵੀ ਮੰਗੀ ਜਾਂਦੇ ਆ। ਅਸਲੀ ਚੀਜ਼ ਕੀ ਆ? ਕਿਰਪਾ। ਕਿਰਪਾ ਤੋਂ ਬਿਨਾਂ ਇਹਨਾਂ ਦੇ ਨਾਲ ਬੜਾ ਕੁਝ ਆਉਂਦਾ ਹੈ। ਹੁਣ ਜਿੰਨਾ ਪਾਸ ਪੈਸਾ ਹੈ
ਸਿਰਫ ਕੱਲਾ ਪੈਸਾ, ਨਾ ਕੋਈ ਨਾਮ ਨਹੀਂ, ਕੋਈ ਸੇਵਾ ਨਹੀਂ, ਕੋਈ ਸਤ ਸੰਗਤ ਨਹੀਂ, ਕੋਈ ਪਰਉਪਕਾਰ ਦੇ। ਉਹ ਪੈਸਾ ਵੀ ਉਹਨਾਂ ਨੂੰ ਦੁੱਖਦਾਈ ਬਣ ਜਾਂਦਾ ਹੈ। ਜਿਵੇਂ ਪੰਡਤ ਹਰਦਿਆਲ ਜੀ ਕਹਿੰਦੇ ਨੇ ਨਾ, ਬਾਕੀ ਦੇ ਭਰਾ ਨਾਰਾਜ਼ ਹੋ ਜਾਂਦੇ ਉਹਦੇ ਤੇ ਜਿਹਨੇ ਇਕੱਲੇ ਪੈਸੇ ਨੂੰ ਘਰ ਬੁਲਾ ਲਿਆ। ਹੁਣ ਬੜੇ ਬੜੇ ਵੱਡੇ ਸੱਜਣ ਜਿਨ੍ਹਾਂ ਨੂੰ ਹੀਰੋ ਕਹਿੰਦੇ ਨੇ, ਬੜੇ ਬੜੇ ਵੱਡੇ ਕਲਾਕਾਰ, ਪੈਸੇ ਦੀ ਕੋਈ ਕਮੀ ਨਹੀਂ, ਪਰ ਹਰੇਕ ਨੂੰ ਕੋਈ ਨਾ ਕੋਈ ਬਿਮਾਰੀ, ਕੋਈ ਨਾ ਕੋਈ ਰੋਗ ਸੋਗ ਲੱਗਾ ਹੈ, ਹਰੇਕ ਨੂੰ ਲੱਗਾ ਹੈ। ਤੇ ਤੁਸੀਂ ਹੈਰਾਨ ਹੋਵੋਗੇ ਵੀ ਕਿਉਂ ਲੱਗਾ ਹੈ। ਆਪੋ ਆਪਣਾ ਉਹਨਾਂ ਡਾਈਟੇਸ਼ਨ ਰੱਖਿਆ ਵਾ ਵੀ ਖੁਰਾਕ ਕਿੱਦਾਂ ਦੀ ਖਾਣੀ, ਉਹ ਵੀ ਉਹਨਾਂ ਨੂੰ ਡਾਕਟਰ ਲਿਖ ਕੇ ਦਿੰਦਾ ਵੀ ਇੱਦਾਂ ਦੀ ਖਾਣੀ। ਫਿਰ ਕਿਉਂ ਲੱਗਾ ਰੋਗ ਉਹਨਾਂ ਨੂੰ? ਫਿਰ ਉਹ ਫਿਲਟਰ ਕੀਤਾ ਬਿਸਲਰੀ ਦਾ ਪਾਣੀ ਪੀਣ, ਫਿਲਟਰ ਕਰਕੇ ਪਾਣੀ ਪੀਣ, ਫਿਰ ਵੀ ਰੋਗ ਕਿਉਂ ਲੱਗਾ ਉਹਨਾਂ ਨੂੰ? ਫਿਰ ਆਪੋ ਆਪਣਾ ਉਹਨਾਂ ਨੇ ਡਾਕਟਰ ਹਾਇਰ ਕੀਤਾ ਵਾ, ਆਪਣਾ ਵੱਖਰਾ ਡਾਕਟਰ ਜਿਹੜਾ, ਫਿਰ ਉਹ ਰੋਜ਼ ਟੈਸਟ ਕਰਾਉਂਦੇ ਆ ਹਰੇਕ ਚੀਜ਼ ਦੇ। ਤੇ ਮੇਰੇ ਹਿਸਾਬ ਨਾਲ ਉਹ ਦੁੱਧ ਦੱਧ ਵੀ ਇਹੋ ਜਿਹੀਆਂ ਗਾਵਾਂ ਦਾ ਹੀ ਪੀਂਦੇ ਹੋਣਗੇ ਜਿਹੜੀਆਂ ਏਸੀ 'ਚ ਰੱਖੀਆਂ ਹੋਣੀਆਂ ਉਹਨਾਂ ਨੇ। ਇੰਨਾ ਕੁਝ ਕਰਨ ਦੇ ਬਾਵਜੂਦ ਵੀ ਡਾਕਟਰ ਆਪਣਾ ਵਾ, ਹਰ ਰੋਜ਼ ਟੈਸਟ ਹੁੰਦੇ ਆ, ਫੇਰ ਵੀ ਬਿਮਾਰੀ ਕਿਉਂ ਲੱਗੀ ਆ ਉਹਨਾਂ ਨੂੰ? ਤਾਂ ਇਕੱਲਾ ਪੈਸਾ ਨਹੀਂ ਆਉਂਦਾ, ਪੈਸੇ ਦੇ ਨਾਲ ਬੜਾ ਕੁਝ ਆਉਂਦਾ ਹੈ। ਰੋਗ ਸੋਗ, ਦੁੱਖ ਸੁੱਖ ਆਉਂਦਾ ਹੀ ਆਉਂਦਾ ਹੈ। ਉਹਨਾਂ ਦੀ ਕੋਈ ਪੁਰਾਣੀ ਭਗਤੀ ਹੋਵੇਗੀ ਜਿਹਦਾ ਫਲ ਇਹ ਮਿਲਿਆ ਹੈ। ਇਸ ਜਨਮ 'ਚ ਭਗਤੀ ਨਹੀਂ ਹੈ, ਇਸ ਕਰਕੇ ਰੋਗ ਸੋਗ ਵੀ ਨਾਲ ਚੱਲਦਾ ਪਿਆ। ਭਗਤੀ ਕਰਨ ਦਾ ਸਮਾਂ ਨਹੀਂ, ਸੇਵਾ ਕਰਨ ਦਾ ਸਮਾਂ ਨਹੀਂ, ਸਤ ਸੰਗਤ ਦਾ ਸਮਾਂ ਨਹੀਂ। ਤਾਂ ਵਾਹਿਗੁਰੂ ਜੀ ਦੇ ਪਾਸੋਂ ਕੀ ਮੰਗਣਾ ਚਾਹੀਦਾ ਹੈ? ਤਾਂ ਮਹਾਰਾਜ ਕਹਿੰਦੇ ਕਿਰਪਾ ਮੰਗਣੀ ਚਾਹੀਦੀ ਹੈ। ਕਿਰਪਾ ਕਰਕੇ ਫਿਰ ਸਭ ਕੁਝ ਹੀ ਸਫਲਾ ਹੋ ਜਾਂਦਾ ਹੈ। ਜੇ ਕਿਰਪਾ ਨਾ ਮੰਗੀਏ ਤੇ ਕੱਲੀ ਕੱਲੀ ਚੀਜ਼ ਮੰਗੀਏ, ਉਹਨਾਂ ਦੇ ਨਾਲ ਬਹੁਤ ਕੁਝ ਆਉਂਦਾ ਹੈ। ਤੁਸੀਂ ਦੇਖੋਗੇ ਜਿਨ੍ਹਾਂ ਕੋਲ ਮਾਇਆ ਜ਼ਿਆਦੀ, ਉਹਨਾਂ ਨੂੰ ਵੀ ਕੋਈ ਨਾ ਕੋਈ ਰੋਗ, ਜਿਨ੍ਹਾਂ ਦੀ ਚੜ੍ਹਾਈ ਜ਼ਿਆਦੀ, ਉਹ ਵੀ ਕਿਸੇ ਕਰਕੇ ਦੁਖੀ। ਤਾਂ ਹਰੇਕ ਨੂੰ ਕੋਈ ਨਾ ਕੋਈ ਦੁੱਖ ਸੁੱਖ ਜਿਹੜਾ ਹੈ ਉਹ ਲੱਗਦਾ ਹੈ। ਤਾਂ ਸਤਿਗੁਰੂ ਜੀ ਪਾਸੋਂ ਕੀ ਮੰਗਣਾ ਚਾਹੀਦਾ ਹੈ? ਤਾਂ ਮਹਾਰਾਜ ਕਹਿੰਦੇ ਕਿਰਪਾ ਮੰਗਣੀ ਚਾਹੀਦੀ ਹੈ। ਕਿਉਂ? ਵਾਹਿਗੁਰੂ ਕਿਰਪਾ ਦਾ ਘਰ ਹੈ। ਵਾਹਿਗੁਰੂ ਤਰਸ ਕਰਨ ਵਾਲਾ ਹੈ, ਰਹਿਮ ਕਰਨ ਵਾਲਾ ਹੈ। ਵਾਹਿਗੁਰੂ ਕਰੀਮੇ ਕਿਰਪਾ ਕਰਨ ਵਾਲਾ ਹੈ। ਐਸੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਮਹਾਰਾਜ ਕਹਿੰਦੇ ਨਮਸਤੰ ਨਮਸਕਾਰ ਹੈ। ਨਮਸਤੰ ਅਨੰਤੇ ਨਮਸਤੰ ਮਹੰਤੇ। ਅਨੰਤ, ਅੰਤ ਤੋਂ ਰਹਿਤ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ, ਉਹਨੂੰ ਨਮਸਕਾਰ ਹੈ। ਜਪਜੀ ਸਾਹਿਬ ਤੇ ਮਹਾਰਾਜ ਕਹਿੰਦੇ ਕਿਸੇ ਗੱਲ ਦਾ ਅੰਤ ਹੀ ਨਹੀਂ ਹੈ। ਨਾ ਸਿਫਤ ਦਾ ਅੰਤ ਹੈ, ਨਾ ਉਹਦੀਆਂ ਬਖਸ਼ਿਸ਼ਾਂ ਦਾ ਅੰਤ ਹੈ। ਅੰਤ ਨਾ ਸਿਫਤੀ ਕਹਿਣ ਦਾ ਅੰਤ, ਅੰਤ ਨਾ ਕਰਨੇ ਦੇਣ ਦਾ ਅੰਤ, ਅੰਤ ਨਾ ਵੇਖਣ ਸੁਣਨ ਦਾ ਅੰਤ, ਅੰਤ ਨਾ ਜਾਪੇ ਕਿਆ ਮਨ ਮਨ, ਅੰਤ ਨਾ ਜਾਪੇ ਕੀਤਾ ਆਕਾਰ। ਵਾਹਿਗੁਰੂ ਜੀ ਦੀ ਕਿਸੇ ਵੀ ਵਸਤੂ ਦਾ ਅੰਤ ਨਹੀਂ ਹੈ। ਜਾਂ ਅਨੰਤੇ ਅਨੇਕ ਰੂਪ, ਏਕਸ ਤੇ ਲੱਖ, ਲੱਖ ਤੇ ਏਕਾ। ਇੱਕ ਤੋਂ ਉਹਨੇ ਇਹ ਸੈਂਕੜੇ ਲੱਖਾਂ ਕਰੋੜਾਂ ਸਰੂਪ ਬਣਾਏ ਨੇ, ਕਰੋੜਾਂ ਤੋਂ ਫਿਰ ਇੱਕ ਹੋ ਜਾਂਦਾ ਹੈ। ਤਾਂ ਐਸੇ ਵਾਹਿਗੁਰੂ ਨੂੰ ਜਿਹੜਾ ਅਨੰਤ ਸਰੂਪ ਹੈ, ਉਹਨੂੰ ਨਮਸਤੰ ਨਮਸਕਾਰ ਹੈ। ਨਮਸਤੰ ਮਹੰਤੇ। ਮਹੰਤ ਕਹਿੰਦੇ ਵੱਡੇ ਨੂੰ, ਜਿਹੜਾ ਵਾਹਿਗੁਰੂ ਪਰਮੇਸ਼ਰ ਜੀ ਸਭ ਤੋਂ ਵੱਡਾ ਹੈ। ਵੱਡਾ ਸਾਹਿਬ ਜਿਹਨੂੰ ਗੁਰਬਾਣੀ ਨੇ ਆਖਿਆ ਹੈ, ਜਾਂ ਸਤਿਗੁਰ ਵੱਡਾ ਕਰ ਸਾਲਾ ਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ। ਐਸੇ ਵਾਹਿਗੁਰੂ ਜੀ ਨੂੰ ਨਮਸਤੰ ਨਮਸਕਾਰ ਹੈ। ਮਹੰਤੇ ਦਾ ਇੱਕ ਅਰਥ ਬੜਾ ਸੋਹਣਾ ਮਹਾਤਮਾ ਸੰਤ ਲੋਕਾਂ ਨੇ ਕੀਤਾ ਹੈ। ਮਾ ਮੈਨੇ ਮਮਤਾ, ਹੰਗਤਾ, ਵਿਕਾਰ, ਕਾਮ ਕ੍ਰੋਧ ਆਦਿਕ, ਹੰਗਤਾ ਆਦਿਕ, ਮਮਤਾ ਆਦਿਕ, ਇਹਨਾਂ ਨੂੰ ਹੰਤੇ ਕੱਟਣ ਵਾਲਾ,
ਸੰਸਾਰ ਦਾ ਮੋਹ ਛਡਾਉਣ ਵਾਲਾ, ਹਉਮੈ ਨੂੰ ਮੇਟਣ ਵਾਲਾ। ਉਹ ਕੌਣ ਹੈ? ਭਗਤ ਵਛਲ ਭੈ ਕਾਟਣ ਹਾਰੇ। ਉਹ ਕੌਣ ਹੈ? ਵਾਹਿਗੁਰੂ। ਐਸੇ ਵਾਹਿਗੁਰੂ ਜੀ ਨੂੰ ਸੱਚੇ ਪਾਤਸ਼ਾਹ ਕਹਿੰਦੇ ਨਮਸਕਾਰ ਹੈ। ਨਮਸਤਸਤ ਰਾਗੇ ਨਮਸਤੰ ਸੁਹਾਗੇ। ਤਿੰਨ ਸ਼ਬਦ ਨੇ ਜੀ, ਨਮਸ ਤਾ ਅਸਤੂ। ਨਮਸ ਨਮਸਕਾਰ ਹੈ, ਤਾਂ ਅਸਤ ਹੈ, ਕਿਉਂਕਿ ਰਾਗ ਸਰੂਪ ਹੈ। ਰਾਗ ਮੈਨੇ ਪ੍ਰੇਮ ਸਰੂਪ ਹੈ। ਫਰੀਦਾ ਕੰਤ ਰੰਗਾਵਲਾ, ਵੱਡਾ ਵੇ ਮੁਹਤਾਜ। ਪ੍ਰੇਮ ਸਰੂਪ ਹੈ, ਆਨੰਦ ਸਰੂਪ ਹੈ। ਰਾਗ ਆ ਜਿਹੜੇ ਰਾਗ ਰਾਗਣੀਆਂ ਨੇ, ਇਹ ਵੀ ਵਾਹਿਗੁਰੂ ਜੀ ਦਾ ਹੀ ਸਰੂਪ ਨੇ, ਜਿਨ੍ਹਾਂ ਵਿੱਚ ਵਾਹਿਗੁਰੂ ਜੀ ਦੀ ਉਸਤਤ ਕੀਤੀ ਜਾਂਦੀ ਹੈ। ਤਾਂ ਰਾਗ ਰੂਪ ਹੈ, ਪ੍ਰੇਮ ਰੂਪ ਹੈ, ਆਨੰਦ ਰੂਪ ਹੈ, ਤਾਂ ਨਮਸ ਨਮਸਕਾਰ ਅਸਤ ਹੈ। ਰਾਗ ਸਰੂਪ ਹੈ, ਰਾਗਣੀਆਂ ਸਰੂਪ ਹੈ। ਰਾਗ ਰਤਨ ਪਰਵਾਰ ਭਰੀਆ, ਸ਼ਬਦ ਗਾਵਣ ਆਈਆ। ਇਸ ਕਰਕੇ ਵਾਹਿਗੁਰੂ ਜੀ ਨੂੰ ਨਮਸਕਾਰ ਹੈ। ਨਮਸਤੰ ਸੁਹਾਗੇ। ਸੁਹਾਗ ਆਨੰਦ, ਜਾਂ ਪੰਜਾਬੀ ਦੇ ਵਿੱਚ ਸੁਭਾਗ, ਭਾਗਾਂ ਵਾਲਾ। ਭਾਗਾਂ ਦੇ ਸਹਿਤ, ਆਨੰਦ ਦੇ ਸਹਿਤ, ਜਾਂ ਸੁਹਾਗ ਦਾ ਅਰਥ ਪਤੀ। ਤਾਂ ਸੁਹਾਗ ਦਾ ਅਰਥ ਕੀ ਹੋਇਆ? ਆਨੰਦ। ਉਹ ਵਾਹਿਗੁਰੂ ਆਨੰਦ ਸਰੂਪ ਹੈ। ਉਹਦੇ ਵਿੱਚ ਕੋਈ ਦੁੱਖ ਨਹੀਂ, ਸੁੱਖ ਨਹੀਂ, ਕੋਈ ਆਉਣਾ ਜਾਣਾ ਨਹੀਂ, ਕੋਈ ਖੁਸ਼ੀ ਗਮੀ ਨਹੀਂ। ਤਾਂ ਐਸੇ ਵਾਹਿਗੁਰੂ ਨੂੰ ਜਿਹੜਾ ਆਨੰਦ ਸਰੂਪ ਹੈ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨਮਸਤੰ ਨਮਸਕਾਰ ਹੈ। ਇਹ ਸੁਖਮਣੀ ਸਾਹਿਬ 'ਚ ਵੀ ਮਹਾਰਾਜ ਨੇ ਲਿਖਿਆ ਵੀ ਵਾਹਿਗੁਰੂ ਕਿੱਦਾਂ ਦਾ ਹੈ। ਕਹਿੰਦੇ ਜਿੱਥੇ ਕੋਈ ਦੁੱਖ ਨਹੀਂ, ਆਨੰਦ ਰੂਪ ਮੰਗਲ ਸਦ ਜਾ ਕੇ, ਸਰਬ ਥੋਕ ਸੁਣੀਏ ਘਰ ਤਾਕ। ਤਾਂ ਐਸੇ ਆਨੰਦ ਸਰੂਪ ਨੂੰ ਮਹਾਰਾਜ ਕਹਿੰਦੇ ਨਮਸਤੰ ਨਮਸਕਾਰ ਹੈ। ਜਾਂ ਸੁਹਾਗ ਦਾ ਅਰਥ ਪਤੀ, ਰੱਖਿਆ ਕਰਨ ਵਾਲਾ, ਮਾਲਕ। ਤਾਂ ਵਾਹਿਗੁਰੂ ਪਰਮੇਸ਼ਰ ਰੱਖਿਆ ਕਰਨ ਵਾਲਾ ਹੈ, ਪਤੀ ਹੈ, ਮਾਲਕ ਹੈ, ਸਹੁ ਹੈ। ਐਸੇ ਵਾਹਿਗੁਰੂ ਪਰਮੇਸ਼ਰ ਜੀ ਨੂੰ ਮਹਾਰਾਜ ਕਹਿੰਦੇ ਨਮਸਤੰ ਨਮਸਕਾਰ ਹੈ। ਨਮੋ ਸਰਬ ਸੋਖੰ ਨਮੋ ਸਰਬ ਪੋਖੰ। ਸੋਖੰ ਸਭ ਨੂੰ ਸੁਕਾਉਣ ਵਾਲਾ। ਉਹ ਕੌਣ ਹੈ? ਵਾਹਿਗੁਰੂ ਪਰਮੇਸ਼ਰ। ਉਹਨੂੰ ਨਮਸਕਾਰ ਹੈ। ਸੋਖ ਦਾ ਅਰਥ ਸੁੱਖ ਵੀ ਕਰਦੇ ਨੇ, ਸਭ ਨੂੰ ਸੁੱਖ ਦੇਣ ਵਾਲਾ, ਸਭ ਤੇ ਕਿਰਪਾ ਕਰਨ ਵਾਲਾ, ਘਰਾਂ ਦੇ ਵਿੱਚ ਖੁਸ਼ੀ ਆਨੰਦ ਦੇਣ ਵਾਲਾ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਤਾਂ ਐਸਾ ਕੌਣ ਹੈ? ਵਾਹਿਗੁਰੂ ਪਰਮੇਸ਼ਰ। ਉਹਨੂੰ ਨਮਸਕਾਰ ਹੈ। ਨਮੋ ਸਰਬ ਪੋਖੰ। ਪੋਖਣ ਵਾਲਾ, ਪਾਲਣ ਵਾਲਾ, ਸਭ ਦੀ ਰੋਜ਼ੀ ਰਿਜ਼ਕ ਦਾ ਧਿਆਨ ਰੱਖਣ ਵਾਲਾ, ਹਰੇਕ ਦੇ ਜੰਮਣ ਤੋਂ ਪਹਿਲਾਂ ਉਹਦਾ ਰੋਜ਼ੀ ਰਿਜ਼ਕ ਲਿਖਣ ਵਾਲਾ। ਉਹ ਕੌਣ ਹੈ? ਵਾਹਿਗੁਰੂ ਪਰਮੇਸ਼ਰ ਜੀ। ਉਹਨੂੰ ਮਹਾਰਾਜ ਕਹਿੰਦੇ ਨਮੋ ਨਮਸਕਾਰ ਹੈ। ਨਮੋ ਸਰਬ ਕਰਤਾ ਨਮੋ ਸਰਬ ਹਰਤਾ। ਸਭ ਨੂੰ ਕਰਤਾ ਕਰਨ ਵਾਲਾ, ਬਣਾਉਣ ਵਾਲਾ, ਪੈਦਾ ਕਰਨ ਵਾਲਾ। ਉਹ ਕੌਣ ਹੈ? ਵਾਹਿਗੁਰੂ ਪਰਮੇਸ਼ਰ। ਤਾਂ ਉਸ ਵਾਹਿਗੁਰੂ ਪਰਮੇਸ਼ਰ ਜੀ ਨੂੰ ਸੱਚੇ ਪਾਤਸ਼ਾਹ ਕਹਿੰਦੇ ਮੇਰੀ ਨਮਸਕਾਰ ਹੈ। ਨਮੋ ਸਰਬ ਹਰਤਾ। ਤਾਂ ਸਾਰਿਆਂ ਨੂੰ ਹਰਤਾ ਕਹਿੰਦੇ ਨਾਸ ਕਰਨ ਵਾਲਾ, ਖਤਮ ਕਰਨ ਵਾਲਾ। ਉਹ ਕੌਣ ਹੈ? ਵਾਹਿਗੁਰੂ ਪਰਮੇਸ਼ਰ। ਉਹਨੂੰ ਨਮੋ ਨਮਸਕਾਰ ਹੈ। ਨਮੋ ਜੋਗ ਜੋਗੇ ਨਮੋ ਭੋਗ ਭੋਗੇ। ਜੋਗ ਜੋਗੇ, ਜੋਗੀਆਂ ਦਾ ਵੀ ਜੋਗੀ ਰੂਪ। ਉਹ ਕੌਣ ਹੈ? ਵਾਹਿਗੁਰੂ ਪਰਮੇਸ਼ਰ। ਐਸੇ ਵਾਹਿਗੁਰੂ ਪਰਮੇਸ਼ਰ ਜੀ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨਮਸਕਾਰ ਹੈ। ਜਾਂ ਜੋਗ ਜੋਗੇ ਦੋ ਸ਼ਬਦ ਨੇ।
ਜੋਗ ਦੇ ਗੱਗੇ ਦੇ ਵਿੱਚੋਂ ਜੇ ਆਪਣੇ ਗੱਗੇ ਦੇ ਵਿੱਚੋਂ ਐੜਾ ਕੱਢੀਏ ਤਾਂ ਕੀ ਬਣ ਗਿਆ? ਜੋਗ ਅਜੋਗੇ। ਜਿਹੜੇ ਅਯੋਗ ਸਨ, ਅਸਮਰੱਥ ਸਨ, ਜਿਨ੍ਹਾਂ ਦਾ ਜੀਵਨ ਪਹਿਲਾਂ ਏਡਾ ਸੋਹਣਾ ਨਹੀਂ ਸੀ, ਉਹਨਾਂ ਨੂੰ ਵੀ ਜੋਗੇ, ਯੋਗ ਬਣਾਉਣ ਵਾਲਾ, ਸਮਰੱਥ ਬਣਾਉਣ ਵਾਲਾ, ਕਿਰਪਾ ਕਰਨ ਵਾਲਾ। ਜਿਵੇਂ ਬਾਣੀ ਦੇ ਵਿੱਚ ਆਉਂਦਾ ਨਾ, ਖਲ ਮੂਰਖ ਤੇ ਪੰਡਿਤ ਕਰਬ, ਪੰਡਿਤ ਤੇ ਮੁਗਧਾਰੀ, ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ। ਤਾਂ ਮੂਰਖਾਂ ਤੋਂ ਪੰਡਿਤ ਕਰਨ ਵਾਲਾ, ਜਿਵੇਂ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ, ਮੂਕ ਉਚਰੈ ਸ਼ਾਸਤਰ ਖੱਟ, ਪਿੰਗ ਗਿਰਨ ਚੜ੍ਹ ਜਾਏ, ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਛੱਜੂ ਝੀਵਰ ਤੇ ਸਿਰ ਤੇ ਛਟੀ ਰੱਖ ਕੇ ਗੁੰਗੇ ਬੋਲੇ ਤੋਂ ਗੀਤਾ ਦੇ ਅਰਥ ਕਰਾਉਣ ਵਾਲੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ। ਅਯੋਗ ਸੀ ਪਰ ਯੋਗੇ ਕਰ ਦਿੱਤਾ, ਸਮਰੱਥ ਕਰ ਦਿੱਤਾ, ਲਾਇਕ ਕਰ ਦਿੱਤਾ। ਜਿਹੜਾ ਵਾਹਿਗੁਰੂ ਅਯੋਗਾਂ ਨੂੰ ਵੀ ਯੋਗ ਕਰ ਦਿੰਦਾ ਹੈ, ਉਹਨੂੰ ਨਮਸਕਾਰ ਹੈ। ਉਦਾਹਰਣ ਦੇ ਤੌਰ ਤੇ ਇੱਕ ਬੜੇ ਪ੍ਰਸਿੱਧ ਕਵੀ ਹੋਏ ਨੇ ਕਾਲੀਦਾਸ ਜੀ। ਏਡਾ ਵੱਡਾ ਮੂਰਖਾਂ ਵਾਲਾ ਜੀਵਨ ਸੀ, ਪਰ ਜਦੋਂ ਪ੍ਰਮਾਤਮਾ ਨੇ ਕਿਰਪਾ ਕੀਤੀ, ਵਾਹਿਗੁਰੂ ਨੇ ਕਿਰਪਾ ਕੀਤੀ, ਕਿੱਡੇ ਵੱਡੇ ਵਿਦਵਾਨ ਰਾਜੇ ਭੋਜ ਦੀ ਸਭਾ ਵਿੱਚ 1400 ਪੰਡਤ ਵਿਦਵਾਨ, ਉਹਨਾਂ ਪੰਡਤਾਂ ਦਾ ਸ਼੍ਰੋਮਣੀ ਕੌਣ ਸੀ? ਕਾਲੀਦਾਸ ਜੀ। ਪਰ ਜੋ ਉਹਨਾਂ ਦੀ ਘਟਨਾ ਵੇਖਣ ਨੂੰ ਜਾਂ ਸੁਣਨ ਨੂੰ ਜਾਂ ਪੜ੍ਹਨ ਨੂੰ ਮਿਲਦੀ ਹੈ, ਜਿਵੇਂ ਧਾਰਮਿਕ ਗ੍ਰੰਥਾਂ 'ਚ ਲਿਖੀ ਹੈ, ਉਹ ਜੇ ਸੁਣੋਗੇ ਪੜ੍ਹੋਗੇ ਤੇ ਹੈਰਾਨ ਹੋ ਜਾਓਗੇ। ਸਿਰੇ ਦਾ ਮੂਰਖ ਸੀ। ਜਿਸ ਦਰਖਤ ਤੇ ਬੈਠਾ, ਜਿਸ ਦਰਖਤ ਦੀ ਟਾਹਣੀ ਤੇ ਬੈਠਾ ਸੀ, ਸ਼ਾਖਾ ਤੇ ਬੈਠਾ ਸੀ, ਉਹਨੂੰ ਹੀ ਵੱਢੀ ਜਾਂਦਾ ਸੀ। ਰਾਜੇ ਭੋਜ ਦਾ ਇੱਕ ਪੰਡਤ ਸੀ, ਉਹਦੇ ਘਰ ਇੱਕ ਲੜਕੀ ਜੰਮੀ ਵਿਦਿਆ। ਬ੍ਰਾਹਮਣ ਪਰਿਵਾਰ ਸੀ, ਵਿਦਿਆ ਬਹੁਤ ਪੜ੍ਹਾਈ, ਨਾਮ ਵੀ ਉਹਦਾ ਵਿਦਿਆ ਤੇ ਵਿਦਿਆ ਵੀ ਬੜੀ ਪੜ੍ਹਾਈ। ਇੱਕ ਦਿਨ ਬ੍ਰਾਹਮਣ ਗੀਤਾ ਦਾ ਪਾਠ ਕਰਦਾ ਪਿਆ ਸੀ ਤੇ ਉਹ ਲੜਕੀ ਇੰਨਾ ਪੜ੍ਹ ਗਈ ਵੀ ਉਹਨੂੰ ਲੱਗਿਆ ਵੀ ਜਿਹੜਾ ਮੇਰਾ ਪਿਤਾ ਵਾ ਇਹ ਪਾਠ ਗਲਤ ਕਰਦਾ ਪਿਆ ਹੈ। ਉਹਨੇ ਕਿੰਤੂ ਕਰ ਦਿੱਤਾ। ਇਹ ਗੱਲ ਜਿਹੜੀ ਹੈ ਇਹ ਵਿਦਵਾਨਾਂ ਨੂੰ ਫਿਰ ਬੜੀ ਸਤਾਉਂਦੀ ਹੈ, ਦੁਖੀ ਕਰਦੀ ਹੈ। ਤਾਂ ਬਜ਼ੁਰਗ ਨੂੰ ਜਿੱਦਾਂ ਲਿਖਿਆ ਧਾਰਮਿਕ ਗ੍ਰੰਥਾਂ 'ਚ ਕਿ ਬਜ਼ੁਰਗ ਬ੍ਰਾਹਮਣ ਨੂੰ ਬਹੁਤ ਗੁੱਸਾ ਚੜਿਆ, ਕ੍ਰੋਧ ਚੜਿਆ ਵੀ ਮੇਰੇ ਤੋਂ ਪੜ੍ਹ ਕੇ ਮੇਰੀ ਲੜਕੀ ਹੋ ਕੇ ਮੇਰੇ ਤੇ ਕਿੰਤੂ ਪਰੰਤੂ। ਤਾਂ ਉਹਨੇ ਆਖਿਆ ਵੀ ਮੈਂ ਤੈਨੂੰ ਇਹੋ ਜਿਹੇ ਨਾਲ ਵਿਆਹੂੰਗਾ ਵੀ ਤੇਰੀ ਜਿਹੜੀ ਸਾਰੀ ਵਿਦਿਆ ਪੜ੍ਹੀ ਆ ਨਾ ਕਿਸੇ ਕੰਮ ਨਾ ਆਊਗੀ, ਪਛਤਾਇਆ ਕਰੇਗੀ, ਰੋਇਆ ਕਰੇਗੀ। ਤਾਂ ਉਹ ਤੁਰਨ ਲੱਭਣ ਵਾਸਤੇ ਤੁਰ ਪਿਆ ਵੀ ਕੋਈ ਇਹੋ ਜਿਹਾ ਮੂਰਖ ਬਾਹਮਣ ਲੱਭੇ ਜਿਹੜਾ ਸਿਰੇ ਦਾ ਮੋਟੇ ਦਿਮਾਗ ਵਾਲਾ ਹੋਵੇ, ਕਹੀਏ ਕੁਝ ਤੇ ਕਰੇ ਕੁਝ। ਤੁਰਿਆ ਜਾਂਦਾ ਸੀ ਤੇ ਕਾਲੀਦਾਸ ਮਹਾਰਾਜ ਬਚਪਨ ਦੇ ਵਿੱਚ ਦਰਖਤ ਤੇ ਚੜ੍ਹੇ, ਟਾਹਣੀ ਤੇ ਬੈਠੇ, ਸ਼ਾਖਾ ਤੇ ਜਿੱਤੇ ਬੈਠੇ ਉਹਨੂੰ ਹੀ ਵੱਢਣ ਡੈ ਦੂਓ ਦੂ। ਪੰਡਤ ਕਹਿੰਦਾ ਕਾਕਾ ਡਿੱਗ ਪਏਗਾ। ਕਹਿੰਦਾ ਤੁਰਿਆ ਜਾ, ਤੈਨੂੰ ਕੀ, ਮੈਂ ਡਿੱਗਾ ਨਾ ਡਿੱਗਾ ਤੈਨੂੰ ਕੀ। ਉਹ ਪੰਡਤ ਜੀ ਨੇ ਸਮਝਾਉਣ ਦਾ ਯਤਨ ਕੀਤਾ ਵੀ ਕਾਕਾ ਸੱਟ ਲੱਗ ਜੂਗੀ। ਕਹਿੰਦਾ ਮੈਂ ਤੈਨੂੰ ਦੱਸਾਂ ਵੀ ਜਾਂਦਾ ਕਿ ਨਹੀਂ ਚੁੱਪ ਕਰਕੇ, ਨਹੀਂ ਤੇ ਪਹਿਲਾਂ ਥੱਲੇ ਉਤਰ ਕੇ ਤੇਰਾ ਬਥਾੜਾ ਭੰਨਾ ਮੈਂ, ਬਹੁਤੀਆਂ ਮੱਤਾਂ ਦਿੰਦਾ ਮੈਨੂੰ ਤੂੰ। ਉਹ ਗੱਲ ਹੋਈ, ਵੱਢੀ ਗਏ। ਪੰਡਤ ਕਹਿੰਦਾ ਮੈਂ ਕਿਉਂ ਆਪਦਾ ਮੂੰਹ ਭਨਾਉਣਾ ਵਾ, ਜਦੋਂ ਭੁੰਜੇ ਵੱਜਾ ਵਾ, ਸੱਟ ਵੱਜੀ, ਸੱਟਾਂ ਲੱਗੀਆਂ ਤੇ ਪੰਡਤ ਜੀ ਬੜੇ ਖੁਸ਼ ਹੋਏ। ਕਹਿੰਦੇ ਵੀ ਆਹ ਜਿਹੜਾ ਮੁੰਡਾ ਨਾ ਇਹਦੇ ਨਾਲ ਵਿਦਿਆ ਵਿਆਹੁਣੀ ਆ। ਤੁਲਸੀਦਾਸ ਜੀ ਕਹਿੰਦੇ ਨੇ ਵੀ ਸੰਤ ਵੀ ਰਵਾਉਂਦੇ ਨੇ ਤੇ ਮੂਰਖ ਵੀ ਰਵਾਉਂਦੇ ਆ। ਵਾਹ ਫਰਕ ਇਹ ਆ ਵੀ ਸੰਤ ਮਰਨ ਤੋਂ ਬਾਅਦ ਰਵਾਉਂਦੇ ਆ, ਜਿਹੜੇ ਮੂਰਖ ਆ ਇਹ ਜਿਉਂਦੇ ਜੀ ਰਵਾਉਂਦੇ, ਤੁਹਾਨੂੰ ਸਾਰੀ ਉਮਰ ਰਵਾਉਂਦੇ। ਇਸ ਕਰਕੇ ਤੁਲਸੀਦਾਸ ਕਹਿੰਦਾ ਸੰਤਾਂ ਤੋਂ ਪਹਿਲਾਂ ਮੂਰਖਾਂ ਨੂੰ ਮੱਥਾ ਟੇਕੋ, ਜਿਹੜੇ ਤੁਹਾਨੂੰ ਗ੍ਰੰਥ ਲਿਖ ਲੈਣ ਦੇਣ, ਨਹੀਂ ਤੇ ਇਹਨਾਂ ਗ੍ਰੰਥ ਵੀ ਤੁਹਾਨੂੰ ਪੂਰਾ ਨਹੀਂ ਕਰਨ ਦੇਣਾ। ਉਹਨਾਂ ਨੇ ਪੁੱਛਿਆ ਕਾਕਾ ਕਿਹਨਾਂ ਚੋਂ ਆ? ਕਹਿੰਦਾ ਬ੍ਰਾਹਮਣਾਂ ਚੋਂ ਆ। ਪੰਡਤ ਜੀ ਨੂੰ ਚਾਅ ਚੜ੍ਹ ਗਿਆ। ਕਹਿੰਦੇ ਇਹ ਠੀਕ ਹੈ, ਮਹਾਂ ਮੂਰਖ ਆ, ਇਹਨੂੰ ਵਿਦਿਆ ਨਾਲ ਵਿਆਹੁਣਾ।
ਚਲੋ ਵਿਆਹ ਹੋ ਗਿਆ, ਘਰ 'ਚ ਗਰੀਬੀ ਬੜੀ ਸੀ, ਉੱਥੇ ਜਿੱਥੇ ਵਿਆਹ ਹੋਇਆ ਉੱਥੇ ਹੀ ਰਹਿਣ ਲੱਗ ਪਏ ਕਾਲੀਦਾਸ ਜੀ ਮਹਾਰਾਜ। ਇੱਕ ਦਿਨ ਆਪਣੇ ਸਹੁਰੇ ਦੇ ਨਾਲ ਰਾਜੇ ਭੋਜ ਦੀ ਸਭਾ 'ਚ ਚਲੇ ਗਏ। ਉੱਥੇ ਕਿਸੇ ਨੇ ਰਾਗ ਸੁਣਾਇਆ ਤੇ ਕਾਲੀਦਾਸ ਨੂੰ ਸਮਝ ਤੇ ਨਾ ਆਈ, ਤੇ ਧੁਨਾਂ ਬੜੀਆਂ, ਟਿਊਨਾਂ ਬੜੀਆਂ ਸੋਹਣੀਆਂ ਲੱਗੀਆਂ। ਇਹ ਬੜਾ ਮਸਤ ਹੋ ਕੇ ਸਿਰ ਮਾਰੇ। ਰਾਜੇ ਭੋਜ ਦਾ ਇਰਾਦਾ ਵੀ ਪੰਡਤ ਦਾ ਜਵਾਈ ਆ, ਬਹੁਤ ਵੱਡਾ ਵਿਦਵਾਨ ਹੋਣਾ ਜਿਹੜਾ ਇੰਨਾ ਮਸਤੀ 'ਚ ਸਿਰ ਲਾਉਂਦਾ ਹੈ। ਤੇ ਰਾਜੇ ਨੇ ਖੁਸ਼ ਹੋ ਕੇ 2 ਸੋਨੇ ਦੀਆਂ ਮੋਹਰਾਂ ਦਿੱਤੀਆਂ। ਜਾ ਕੇ ਆਪਦੀ ਘਰ ਵਾਲੀ ਜਿਹੜੀ ਬਹੁਤ ਵੱਡੀ ਵਿਦਵਾਨ ਸੀ, ਵਿਦਿਆ ਨੂੰ ਕਹਿੰਦੇ ਤੂੰ ਮੈਨੂੰ ਸਭਾ 'ਚ ਨਹੀਂ ਜਾਣ ਦਿੰਦੀ। ਰਾਜੇ ਨੇ 2 ਸੋਨੇ ਦੀਆਂ ਮੋਹਰਾਂ ਦਿੱਤੀਆਂ। ਲੜਕੀ ਨੂੰ ਇਹ ਡਰ ਸੀ ਵੀ ਜਿੱਦਣ ਇਹ ਮੂਰਖ ਬੋਲ ਪਿਆ ਉਦਣ ਸਭ ਨੂੰ ਪਤਾ ਲੱਗ ਜਾਣਾ ਵੀ ਰਾਜੇ ਦਾ ਜਵਾਈ ਕਿੱਦਾਂ ਦਾ ਹੈ। ਉਹ ਕਹਿੰਦੀ ਤੂੰ ਰਾਜੇ ਦੀ ਸਭਾ 'ਚ ਨਾ ਜਾਇਆ ਕਰ, ਉੱਥੇ 1400 ਵਿਦਵਾਨ ਰਹਿੰਦਾ ਹੈ ਰਾਜੇ ਭੋਜ ਦੀ ਸਭਾ 'ਚ। ਪਰ ਕਾਲੀਦਾਸ ਜੀ ਘੱਟ ਹੀ ਕਿਸੇ ਨੂੰ ਮੰਨਣ ਵਾਲੇ ਸੀ। ਇਹਨਾਂ ਤੇ ਲੱਤ ਬਾਂਹ ਵੀ ਬਣਾ ਲਈ ਸੀ। ਜਿਹੜੀ ਟਾਹਣੀ ਤੇ ਬੈਠੇ ਸੀ ਉਹਨੂੰ ਵੱਢ ਵੱਢ ਕੇ, ਭਾਵੇਂ ਕਿ ਪੰਡਤ ਨੇ ਬੜਾ ਰੋਕਿਆ ਸੀ, ਤਾਂ ਜਿਹੜੇ ਕੰਮ ਤੋਂ ਰੋਕਦੇ ਉਹੋ ਹੀ ਕਰਦੇ ਸੀ। ਕਹਿੰਦੇ ਸਭਾ 'ਚ ਨਹੀਂ ਜਾਣਾ, ਕਹਿੰਦਾ ਮੈਂ ਤਾਂ ਰੋਜ਼ ਜਾਊਂਗਾ। ਚਲੋ ਵਿਦਿਆ ਨੇ ਆਖਿਆ, ਘਰ ਵਾਲੀ ਨੇ ਆਖਿਆ ਵੀ ਜੇ ਰਾਜੇ ਨੇ ਪੁੱਛ ਲਿਆ ਵੀ ਸਿਰ ਤੇ ਬੜਾ ਹਿਲਾਉਣਾ ਵਾ, ਰਾਗ ਕਿਹੜਾ ਵਾ ਤੇ ਕੀ ਜਵਾਬ ਦੇਵੇਂਗਾ? ਕਹਿੰਦਾ ਇਹ ਤੇ ਮੈਨੂੰ ਵੀ ਨਹੀਂ ਪਤਾ। ਕਹਿੰਦੀ ਇਹ ਟਾਈਮ ਫਿਰ ਧਨਾਸਰੀ ਰਾਗ ਦਾ ਹੁੰਦਾ, ਕਿਉਂ ਪੜ੍ਹੀ ਬੜੀ ਸੀ ਤੂੰ। ਰਾਜੇ ਨੂੰ ਕਹੀਂ ਧਨਾਸਰੀ। ਫਿਰ ਵਿਦਿਆ ਵਿਚਾਰੀ ਸੋਚਣ ਲੱਗੀ ਵੀ ਇਹਨੂੰ ਧਨਾਸਰੀ ਚੇਤੇ ਰਹੂਗਾ ਸਵੇਰ ਤੱਕ। ਤਾਂ ਉਹਨੇ ਕੀ ਕੀਤਾ ਵੀ ਬਾਂਸ ਦੇ ਨਾਲ ਹਾਂਡੀ ਬੰਨ੍ਹਤੀ, ਹਾਂਡੀ ਦੇ ਵਿੱਚ ਧਾਨ ਪਾਤਾ। ਤੇ ਕਹਿੰਦੀ ਜਦੋਂ ਚੇਤਾ ਭੁੱਲਣ ਲੱਗੇ ਤੇ ਹਾਂਡੀ ਜਿਹੜੀ ਵਾਸ ਨਾਲ ਬੰਨੀ ਇਹਨੂੰ ਲੈ ਜੀ ਨਾਲ, ਤੇ ਧਾਨ ਨੂੰ ਚੇਤੇ ਕਰਕੇ ਤੈਨੂੰ ਚੇਤੇ ਆਊਗਾ ਧਨਾਸਰੀ। ਉਹ ਗੱਲ ਹੋਈ। ਅਗਲੇ ਦਿਨ ਫਿਰ ਰਾਜੇ ਦੀ ਸਭਾ 'ਚ ਗਿਆ। ਰਾਜੇ ਨੇ ਪੁੱਛਿਆ ਵੀ ਮਹਾਰਾਜ ਬੜੇ ਵਿਦਵਾਨ ਜਾਪਦੇ ਹੋ, ਰਾਗਾਂ ਦੇ ਬੜੇ ਤੁਸੀਂ ਜਾਣਕਾਰ ਜਾਪਦੇ ਹੋ, ਇਹ ਰਾਗ ਕਿਹੜਾ ਚੱਲਦਾ ਪਿਆ ਹੈ? ਤੇ ਧਨਾਸਰੀ ਦਾ ਤੇ ਚੇਤਾ ਭੁੱਲ ਗਿਆ, ਤੇ ਜਿਹੜੀ ਬਾਂਸ ਦੇ ਨਾਲ ਹਾਂਡੀ ਬੰਨੀ ਸੀ, ਹਾਂਡੀ ਦੇ ਵਿੱਚ ਧਾਨ ਸੀ, ਉਹ ਤੇ ਚੇਤੇ ਨਾ ਆਇਆ। ਹਾਂਡੀ ਆ ਗਈ ਚੇਤੇ, ਤੇ ਕਹਿਣ ਲੱਗੇ ਵੀ ਹਾਂਡੀਆ ਰਾਗ ਚੱਲਦਾ ਸੀ। ਰਾਜਾ ਭੋਜ ਵੀ ਚੁੱਪ ਜੇ ਕਰ ਗਿਆ ਵੀ ਰਾਗਾਂ ਦੀਆਂ ਕਈ ਕਿਸਮਾਂ ਹੁੰਦੀਆਂ ਨੇ, ਕਈ ਰਾਗਣੀਆਂ ਹੁੰਦੀਆਂ, ਕੀ ਪਤਾ ਮੈਂ ਪੜ੍ਹੀ ਸੁਣੀ ਨਾ ਹੋਵੇ ਜਿਹੜਾ ਹਾਂਡੀਆ ਰਾਗ ਇਹ ਦੱਸਦਾ ਪਿਆ। ਤਾਂ ਜਦੋਂ ਘਰੇ ਗਏ ਤੇ ਵਿਦਿਆ ਨੇ ਪੁੱਛਿਆ, ਫਿਰ ਰਾਜੇ ਨੇ ਕੋ ਪੁੱਛਿਆ? ਕਹਿੰਦਾ ਪੁੱਛਿਆ ਸੀ ਰਾਗ ਕਿਹੜਾ ਚੱਲਦਾ। ਫਿਰ ਤੁਸੀਂ ਕੀ ਕਿਹਾ? ਕਹਿੰਦਾ ਮੈਂ ਆਖਿਆ ਹਾਂਡੀਆ ਰਾਗ ਚੱਲਦਾ, ਤੂੰ ਹੀ ਤੇ ਹਾਂਡੀ 'ਚ ਧਾਨ ਪਾ ਕੇ ਦਿੱਤਾ ਸੀ। ਵਿਦਿਆ ਕਹਿੰਦੀ ਇਹੋ ਜਿਹੀ ਜ਼ਿੰਦਗੀ ਕੱਟਣ ਨਾਲੋਂ ਬਿਹਤਰ ਆ ਮਰਨਾ। ਇਹ ਬਾਰੀ 'ਚ ਬੈਠਾ ਸੀ, ਤਾਕੀ 'ਚ ਬੈਠਾ ਸੀ। ਵਿਦਿਆ ਦਾ ਇਰਾਦਾ ਵੀ ਇਹਨੂੰ ਗਲੋਂ ਲਾਵਾਂ। ਉਹਨੇ ਧੱਕਾ ਮਾਰਿਆ ਵੀ ਇਹ ਬਾਰੀ 'ਚੋਂ ਬਾਹਰ ਡਿੱਗੇ ਤੇ ਥੱਲੇ ਡਿੱਗ ਕੇ ਦੀ ਉੱਚੇ ਪਹਾੜ ਤੇ ਘਰ ਹੋਵੇਗਾ, ਉੱਚੀ ਥਾਂ ਤੇ ਘਰ ਹੋਵੇਗਾ, ਜਾਂ ਚੁਬਾਰੇ 'ਚ ਰਹਿੰਦੇ ਹੋਣਗੇ ਵੀ ਉੱਥੋਂ ਡਿੱਗੇ ਤੇ ਇਹਦੀ ਧੌਣ ਦਾ ਮਣਕਾ ਟੁੱਟੇ ਤੇ ਮਰੇ ਗਲੋਂ ਲਵੇ। ਪਰ ਕਾਲੀਦਾਸ ਦੀ ਕਿਸਮਤ ਚੰਗੀ, ਕਹਿੰਦੇ ਜਿਵੇਂ ਲਿਖਿਆ ਗ੍ਰੰਥਾਂ ਦੇ ਵਿੱਚ ਕਿ ਉਹ ਜਦੋਂ ਉਹ ਡਿੱਗੇ, ਜੀਭ ਦੰਦਾਂ ਥੱਲੇ ਆ ਕੇ ਵੱਢੀ ਗਈ, ਲਹੂ ਨਿਕਲ ਕੇ ਉੱਥੇ ਕੋਈ ਮੰਦਿਰ ਸੀ, ਮਾਤਾ ਦੀ ਮੂਰਤੀ ਤੇ ਪੈ ਗਿਆ ਜਿਵੇਂ ਲਿਖਿਆ ਹੈ। ਹੋ ਸਕਦਾ ਇਹ 'ਚ ਵੱਧ ਘੱਟ ਹੋਵੇ, ਸਾਖੀ 'ਚ ਕਈ ਗੱਲਾਂ ਪੁਰਾਣੀਆਂ ਨੇ, ਕੀ ਪਤਾ ਕੀ ਸੀ ਅਸਲੀਅਤ। ਤੇ ਉਹ ਲਹੂ ਜਿਹੜਾ ਸੀ ਦੇਵੀ ਦੀ ਮੂਰਤੀ ਤੇ ਪੈ ਗਿਆ, ਸਰਸਵਤੀ ਦਾ ਮੰਦਿਰ ਸੀ, ਤੇ ਉਹ ਪ੍ਰਗਟ ਹੋ ਗਈ ਵੀ ਪੁੱਤਰ ਮੇਰੀ ਖਾਤਰ ਜੀਭ ਦੀ ਬਲੀ ਦਿੱਤੀ ਹੈ। ਗੱਲ ਤੇ ਪਿਛਲੇ ਕਰਮਾਂ ਦੀ ਹੁੰਦੀ ਹੈ। ਤੇ ਕਹਿੰਦੀ ਵਰ ਮੰਗ। ਇਹਨੂੰ ਹੋਰ ਕੋ ਤੇ ਚੇਤਾ ਨਾ ਰਿਹਾ ਵੀ ਕੀ ਮੰਗਣਾ ਵਾ, ਇੰਨਾ ਚੇਤਾ ਰਹਿ ਗਿਆ ਵੀ ਘਰ ਵਾਲੀ ਨੇ ਧੱਕਾ ਦਿੱਤਾ ਵਿਦਿਆ ਨੇ। ਤਾਂ ਮੂੰਹੋਂ ਇੱਕ ਬਚਨ ਨਿਕਲਿਆ ਸੀ ਇਹਦੇ ਵਿਦਿਆ। ਤੇ ਜਿਹੜੇ ਇਹੋ ਜਿਹੇ ਦਰਸ਼ਨ ਹੁੰਦੇ ਆ, ਉਹ ਸਿਆਣੇ ਮਹਾਂਪੁਰਸ਼ ਕਹਿੰਦੇ ਵੀ ਸਕਿੰਟਾਂ ਦੀ ਖੇਡ ਹੁੰਦੀ ਆ। ਇੱਦਾਂ ਦੀ ਕੋਈ ਗੱਲ ਨਹੀਂ ਹੁੰਦੀ ਵੀ ਜਿੱਦਾਂ ਦੀਆਂ ਅੱਜ ਕੱਲ੍ਹ ਬਣਾ ਕੇ ਸੁਣਾਈਆਂ ਜਾਂਦੀਆਂ ਨੇ ਵੀ ਉਹ ਆ ਗਏ, ਉਹ ਬਹਿ ਗਏ, ਉਹ ਗੱਲਾਂ ਕਰਨ ਲੱਗ ਪਏ ਜਿੱਦਾਂ ਡਰਾਇੰਗ ਰੂਮ 'ਚ ਰੱਬ ਦੇ ਨਾਲ ਬੈਠਾ ਹੁੰਦਾ ਹੈ। ਇੱਦਾਂ ਦੀਆਂ ਸਾਖੀਆਂ ਜਿਹੜੀਆਂ ਅੱਜ ਕੱਲ੍ਹ ਚੱਲਦੀਆਂ, ਇੱਦਾਂ ਦੀਆਂ ਨਹੀਂ ਉਹ ਮੰਨਦੇ। ਉਹ ਕਹਿੰਦੇ ਸਕਿੰਟਾਂ ਦੀ ਖੇਡ ਹੁੰਦੀ। ਇਹਦੇ ਮੂੰਹੋਂ ਨਿਕਲਿਆ ਵਿਦਿਆ।
ਤਾਂ ਉਹਨੇ ਵਰ ਦਿੱਤਾ ਵੀ ਤੇਰੀ ਜ਼ੁਬਾਨ ਤੇ ਮੇਰਾ ਨਿਵਾਸ ਹੋਊਗਾ, ਵੀ ਤੂੰ ਮੇਰੇ ਤੋਂ ਵਿਦਿਆ ਮੰਗੀ ਆ। ਫਿਰ ਇਹ 1400 ਪੰਡਤ ਦਾ ਸ਼੍ਰੋਮਣੀ ਪੰਡਤ ਬਣਿਆ। ਕੋਈ ਰੱਬ ਨੇ ਤੇ ਕਿਰਪਾ ਕੀਤੀ। ਤਾਂ 10ਵੇਂ ਪਾਤਸ਼ਾਹ ਕਹਿੰਦੇ, ਹੇ ਵਾਹਿਗੁਰੂ, ਜੇ ਤੂੰ ਕਿਰਪਾ ਕਰਨ ਤੇ ਆ ਜੇ ਤਾਂ ਜਿਹੜੇ ਅਯੋਗ ਨੇ ਉਹਨਾਂ ਨੂੰ ਵੀ ਯੋਗੇ ਕਰ ਦਿੰਨਾ ਹੈ, ਲਾਇਕ ਕਰ ਦਿੰਨਾ ਹੈ। ਖਲ ਮੂਰਖ ਤੇ ਪੰਡਤ ਕਰਬੋ। ਜੇ ਤੇਰੀ ਮਰਜ਼ੀ ਹੋ ਜੇ ਤੇ ਜੇ ਤੇਰੀ ਦ੍ਰਿਸ਼ਟੀ ਉਲਟ ਹੋ ਜੇ ਤੇ ਪੰਡਤ ਤੇ ਮੁਗਧਾਰੀ ਇੱਦਾਂ ਵੀ ਕਰ ਦਿੰਦਾ ਹੈ। ਐਸੇ ਵਾਹਿਗੁਰੂ ਨੂੰ, ਜਿਹੜਾ ਅਯੋਗ ਨੂੰ ਯੋਗ ਕਰਨ ਵਾਲਾ, ਉਹਨੂੰ ਨਮੋ ਨਮਸਕਾਰ ਹੈ। ਨਮੋ ਭੋਗ ਭੋਗੇ, ਭੋਗੀਆਂ ਦੇ ਵਿੱਚੋਂ ਭੋਗ ਸਰੂਪ ਉਹ ਵੀ ਵਾਹਿਗੁਰੂ ਪਰਮੇਸ਼ਰ ਹੀ ਮੰਨਿਆ ਜਾ ਸਕਦਾ ਹੈ। ਤਾਂ ਐਸੇ ਵਾਹਿਗੁਰੂ ਪਰਮੇਸ਼ਰ ਜੀ ਨੂੰ ਮਹਾਰਾਜ ਕਹਿੰਦੇ ਨਮਸਕਾਰ ਹੈ। ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ, ਆਪੇ ਹੋਵੇ ਚੋਲੜਾ, ਆਪੇ ਸੇਜ ਪਧਾਰ। ਤਾਂ ਸਭ ਤੋਂ ਵੱਡਾ ਭੋਗੀ ਰਸੀਆ ਵੀ ਉਹ ਪਰਮੇਸ਼ਰ ਆਪ ਹੀ ਹੈ, ਰਸ ਸਰੂਪ ਵੀ ਉਹ ਆਪ ਹੀ ਹੈ। ਨਮੋ ਸਰਬ ਦਿਆਲੇ, ਸਾਰਿਆਂ ਤੇ ਦਇਆ ਕਰਨ ਵਾਲਾ, ਤਰਸ ਕਰਨ ਵਾਲਾ, ਮਿਹਰ ਕਰਨ ਵਾਲਾ ਉਹ ਕੌਣ ਹੈ? ਵਾਹਿਗੁਰੂ ਪਰਮੇਸ਼ਰ। ਐਸੇ ਵਾਹਿਗੁਰੂ ਪਰਮੇਸ਼ਰ ਨੂੰ ਨਮੋ ਨਮਸਕਾਰ ਹੈ। ਨਮੋ ਸਰਬ ਪਾਲੇ, ਸਾਰਿਆਂ ਦੀ ਪਾਲਣਾ ਕਰਨ ਵਾਲਾ, ਰੋਜ਼ੀ ਰਿਜ਼ਕ ਦੇਣ ਵਾਲਾ ਉਹ ਕੌਣ ਹੈ? ਵਾਹਿਗੁਰੂ ਪਰਮੇਸ਼ਰ ਜੀ ਹਨ। ਐਸੇ ਵਾਹਿਗੁਰੂ ਪਰਮੇਸ਼ਰ ਜੀ ਨੂੰ ਨਮੋ ਨਮਸਕਾਰ ਹੈ। ਤਾਂ ਇਹ ਭੁਜੰਗ ਪ੍ਰਿਆਤ ਛੰਦ ਦੀਆਂ 28 ਪੌੜੀਆਂ ਇੱਥੇ ਪੂਰੀਆਂ ਹੁੰਦੀਆਂ ਨੇ। ਇਹਨੂੰ ਨਮਸਕਾਰ ਰੂਪ ਅਸਤੋਤਰ ਵੀ ਕਹਿੰਦੇ ਨੇ। ਇਹਦੇ ਵਿੱਚ ਵਾਹਿਗੁਰੂ ਪਰਮੇਸ਼ਰ ਜੀ ਦੇ ਨਾਮ ਲੈ ਕੇ ਨਮਸਕਾਰਾਂ ਕੀਤੀਆਂ ਗਈਆਂ ਨੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਅੱਗੇ ਵਾਸਤੇ ਸਾਰੀ ਸੰਗਤ ਨੇ ਸਮਤ ਬਖਸ਼ਣੀ ਜੀ। ਇਸ ਤੋਂ ਅੱਗੇ ਫਿਰ ਚਾਚਰੀ ਛੰਦ ਦੀ ਆਰੰਭਤਾ ਹੁੰਦੀ ਹੈ। ਆਪ ਸੰਗਤ ਨੇ ਕਿਰਪਾ ਕਰਨੀ, ਹਾਜ਼ਰੀ ਪ੍ਰਵਾਨ। ਸਤਿਗੁਰੂ ਕਿਰਪਾ ਕਰਨ, ਤਰਸ ਕਰਨ, ਮਿਹਰ ਕਰਨ। ਲੇਖੈ ਕਿਤੇ ਨਾ ਛੂਟੀਐ, ਖਿਨ ਖਿਨ ਭੂਲਣ ਹਾਰ। ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ। ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਸਰਬ ਦਿਆਲੇ, ਨਮੋ ਸਰਬ ਪਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।